ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰਬਾਨ ਅੰਤਰਜਾਮੀ ਸੁਖਾਂ ਦੇ ਸਾਗਰ ਸਦਾ ਸਹਾਈ ਹੋਣ ਵਾਲੇ ਮੁਕਤ ਭੁਗਤ ਜੁਗਤ ਦੇ ਦਾਤੇ ਦੀਨ ਦਿਆਲ ਕਿਰਪਾਲ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਨਿਰੰਕਾਰ ਸਰੂਪ ਬਾਣੀ ਰੂਪ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ। ਸਾਰੀ ਸੰਗਤ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 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 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਰ ਬੁੱਧਵਾਰ ਦੀ ਰਾਤ ਦੇ ਸਮੇਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਆਪਾਂ ਨੂੰ ਸਾਰਿਆਂ ਨੂੰ। ਜਿੱਥੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ, ਉੱਥੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਨ ਦਾ ਵੀ ਸਮਾਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ, ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਬੇਅੰਤ ਹੋਣਾ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ। ਫਿਰ ਆਖੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਸੰਗਤ ਜੀ, ਬਹੁਤ ਸਾਰੇ ਰਾਗੀ ਜਥਿਆਂ ਨੇ, ਬੱਚਿਆਂ ਨੇ, ਬੀਬੀਆਂ ਨੇ, ਬੜੇ ਬੜੇ ਮਹਾਨ ਰਾਗੀ ਸਿੰਘਾਂ ਨੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਕੀਤਾ। ਬੜਾ ਆਨੰਦ ਮਾਣਿਆ। ਸੰਗਤਾਂ ਵੀ ਬੜੀਆਂ ਪ੍ਰਸੰਨ ਹੋਈਆਂ ਸੁਣ ਕੇ। ਤੇ ਮੇਰੇ ਦਾਸ ਤੋਂ ਬਾਅਦ ਭਾਈ ਕੁਲਜੀਤ ਸਿੰਘ ਜੀ ਨਰੋਬੀ ਵਾਲੇ, ਭਾਈ ਗੁਰਮੀਤ ਸਿੰਘ ਜੀ ਨਿਰਮਾਨ ਜੀ, ਭਾਈ ਜਸਵੀਰ ਸਿੰਘ ਜੀ, ਹੋਰ ਗੁਰੂ ਘਰ ਦੇ ਕੀਰਤਨੀਏ ਜਿਨ੍ਹਾਂ ਨੇ ਹਾਜ਼ਰੀ ਲਵਾਉਣੀ ਆ। ਕੁਝ ਕੁ ਸਮਾਂ, ਬਹੁਤ ਜ਼ਿਆਦਾ ਚਿਰ ਨਹੀਂ ਮੈਂ ਦਾਸ ਲਾਵਾਂਗਾ, ਕੁਝ ਕੁ ਸਮਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਬਾਣੀ ਦਾ ਕੀਰਤਨ ਕਰਨ ਦਾ ਜੋ ਤੁਹਾਡੇ ਵੱਲੋਂ ਸੰਗਤਾਂ ਵੱਲੋਂ ਮਿਲਿਆ ਹੈ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਗੁਰੂ ਜੀ ਦੀ ਅੰਮ੍ਰਿਤ ਬਾਣੀ, ਪਵਿੱਤਰ ਬਾਣੀ, ਜਿੱਥੇ ਪੜ੍ਹਦਿਆਂ ਸੁਣਦਿਆਂ ਬਾਣੀ ਮਿੱਠੀ ਲੱਗੇ, ਉੱਥੇ ਦਿਨ ਰਾਤ ਬਾਣੀ ਨੂੰ ਕਮਾਉਣ ਵਾਸਤੇ ਚੇਤੇ ਰੱਖ ਕੇ ਬਾਰ-ਬਾਰ ਸਤਿਗੁਰੂ ਜੀ ਸਾਨੂੰ ਕੀ ਹੁਕਮ ਕਰ ਰਹੇ ਨੇ, ਇਹ ਵੀ ਅਵਸਥਾ ਸਤਿਗੁਰੂ ਜੀ ਦੀ ਕਿਰਪਾ ਨਾਲ ਪ੍ਰਾਪਤ ਹੋਵੇ। ਹਰ ਬੁੱਧਵਾਰ ਗਿਆਨੀ ਵਿਸ਼ਾਲ ਸਿੰਘ ਜੀ ਸਟੇਜ 'ਤੇ ਸੇਵਾ ਨਿਭਾਉਂਦੇ ਨੇ। ਜਿੱਥੇ ਉਹ ਸੰਗਤਾਂ ਨੂੰ ਕਥਾ ਸਰਵਣ ਕਰਾਉਂਦੇ ਨੇ, ਉੱਥੇ ਸਾਰੇ ਰਾਗੀ ਜਥਿਆਂ ਨੂੰ ਸਮਾਂ ਵੀ ਵੰਡਦੇ ਨੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਯਾਤਰਾ ਵਾਸਤੇ ਗਿਆਨੀ ਜੀ ਗਏ ਨੇ। ਅਸਥਾਨ ਦੇ ਮੁੱਖ ਪ੍ਰਬੰਧਕ, ਸੇਵਾ ਕਰਨ ਵਾਲੇ ਮਹਾਨ ਗੁਰਮੁਖ ਪਿਆਰੇ ਉਹਨਾਂ ਨਾਲ ਬਹੁਤ ਪਿਆਰ ਕਰਦੇ ਨੇ। ਪੰਥ ਦੀ ਬਹੁਤ ਵੱਡੀ ਮਹਾਨ ਹਸਤੀ, ਸੇਵਾ ਸਿਮਰਨ ਦੇ ਵਿੱਚ ਰੰਗੇ ਹੋਏ ਨਿਰਮਲ ਆਤਮਾ ਸੰਗਤਾਂ ਨੂੰ ਬਹੁਤ ਹੀ ਪਿਆਰ ਦਿੰਦੇ ਨੇ, ਬੜਾ ਸਤਿਕਾਰ ਦਿੰਦੇ ਨੇ। ਸਿੰਘ ਸਾਹਿਬ ਜੀ, ਮਹਾਂਪੁਰਖ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਸੰਗਤ ਨਾਲ ਬਹੁਤ ਹੀ ਪਿਆਰ ਕਰਦੇ ਨੇ, ਬਹੁਤ ਪਿਆਰ ਕਰਦੇ ਨੇ, ਬੜੀ ਨਿਰਮਲ ਆਤਮਾ ਹਨ। ਜਿੱਥੇ ਸੰਗਤਾਂ ਸ਼ਰਧਾ ਭਾਵਨਾ ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਨੇ, ਉੱਥੇ ਸੰਗਤਾਂ ਉਹਨਾਂ ਦੇ ਪਿਆਰ ਨੂੰ ਯਾਦ ਕਰਦੀਆਂ ਨੇ। ਇਸ ਵਾਸਤੇ ਸਾਰਿਆਂ ਦੇ ਮਨ ਵਿੱਚ ਹੀ ਖਿੱਚ ਹੁੰਦੀ ਹੈ, ਗੁਰੂ ਜੀ ਦੇ ਅਸਥਾਨ ਦੇ ਦਰਸ਼ਨ ਕਰੀਏ। ਮਹਾਨ ਮਹਾਨ ਸਤਿਗੁਰੂ ਜੀ ਦਾ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ,
ਤੇ ਨਾਲ ਫਿਰ ਜਿਹੜੇ ਦਿਨ ਰਾਤ ਸਤਿਗੁਰੂ ਜੀ ਦੇ ਘਰ ਦੀ ਸੇਵਾ ਕਰਦੇ ਨੇ ਉਹਨਾਂ ਗੁਰਮੁਖਾਂ ਦੇ ਦਰਸ਼ਨ ਦੀਦਾਰ, ਇਹਦੇ ਵਿੱਚ ਵੀ ਬੜਾ ਭਲਾ ਹੈ। ਸੋ ਗਿਆਨੀ ਜੀ ਦੇ ਨਾਲ ਸਿੰਘ ਸਾਹਿਬ ਜੀ ਬਹੁਤ ਪਿਆਰ ਕਰਦੇ ਨੇ, ਪ੍ਰਬੰਧਕ ਬਹੁਤ ਪਿਆਰ ਕਰਦੇ ਨੇ। ਅੱਜ ਗਿਆਨੀ ਜੀ ਹਜ਼ੂਰ ਸਾਹਿਬ ਕਥਾ ਦੀ ਹਾਜ਼ਰੀ ਲਵਾਉਣ ਵਾਸਤੇ ਹਾਜ਼ਰ ਹੋਏ। ਕੱਲ੍ਹ ਨੂੰ ਤੇ ਪਰਸੋਂ 2 ਦਿਨ ਉਹਨਾਂ ਨੇ ਹੋਰ ਕਥਾ ਦੀ ਹਾਜ਼ਰੀ ਭਰਨੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਗੁਰੂ ਜੀ ਜੋੜ ਕੇ ਰੱਖਣ। ਸੰਗਤ ਜੀ, ਜਿਹੜਾ ਮੁੱਖ ਵਾਕ ਸ਼ਬਦ ਆਪਾਂ ਪੜ੍ਹਨਾ ਹੈ ਉਹ ਬੜੇ ਧਿਆਨ ਦੇ ਨਾਲ ਥੋੜ੍ਹੇ ਕੁ ਮਿੰਟਾਂ ਵਿੱਚ ਆਪਾਂ ਰਲ ਮਿਲ ਕੇ ਵਿਚਾਰ ਕਰ ਲਈਏ। ਪੰਚਮ ਪਾਤਸ਼ਾਹ ਸਤਿਗੁਰੂ ਜੀ ਦਾ ਮੁੱਖ ਵਾਕ ਸ਼ਬਦ, ਆਖੋ ਗੱਜ ਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਬਿਹਾਗੜਾ ਮਹੱਲਾ ਪੰਜਵਾਂ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅਨ ਦਿਨ ਨਾਮ ਵਖਾਣਾ ਰਾਮ। ਅੰਮ੍ਰਿਤ ਬਾਣੀ ਉਚਰਾ ਹਰ ਜਸ, ਮਿੱਠਾ ਲਾਗੇ ਤੇਰਾ ਭਾਣਾ ਰਾਮ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਸਮੱਤ ਦਿੰਦੇ ਨੇ। ਸਿੱਖ ਸੰਗਤਾਂ ਨੂੰ ਸੱਚੇ ਪਾਤਸ਼ਾਹ ਸੋਝੀ ਬਖਸ਼ ਰਹੇ। ਭਾਈ ਵਾਹਿਗੁਰੂ ਅਕਾਲ ਪੁਰਖ ਅੱਗੇ ਅਰਦਾਸ ਬੇਨਤੀ ਕਰੋ, ਅਰਦਾਸ ਬੇਨਤੀ ਕਰੋ। ਹੇ ਵਾਹਿਗੁਰੂ ਜੀ, ਮੇਰੇ ਉੱਪਰ ਕਿਰਪਾ ਕਰੋ, ਸਾਡੇ ਉੱਪਰ ਕਿਰਪਾ ਕਰੋ, ਸਮੁੱਚੇ ਸਾਰਿਆਂ 'ਤੇ ਜੀ, ਸਾਡੇ ਸਾਰਿਆਂ 'ਤੇ ਕਿਰਪਾ ਕਰੋ। ਹੇ ਵਾਹਿਗੁਰੂ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਜੀ, ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਗੁਰੂ ਪਰਮੇਸ਼ਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਤੇ ਦਿਨ ਰਾਤ ਹੀ ਨਾਮ ਜਪਣ ਦਾ ਬਲ ਬਖਸ਼ੋ। ਆਖੋ ਗੱਜ ਕੇ ਸ੍ਰੀ ਵਾਹਿਗੁਰੂ। ਅੱਠੇ ਪੈਰ ਇਹ ਰਸਨਾ ਬੋਲੇ, ਵਾਹਿਗੁਰੂ 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 ਜਪਣ ਦਾ ਬਲ ਬਖਸ਼ੋ ਸੱਚੇ ਪਾਤਸ਼ਾਹ। ਵਾਹਿਗੁਰੂ ਵਾਹਿਗੁਰੂ ਬੋਲਣ ਦਾ ਬਲ ਬਖਸ਼ੋ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅਨ ਦਿਨ ਨਾਮ ਵਖਾਣਾ ਰਾਮ। ਇਹ ਪੂਰੇ ਸਤਿਗੁਰੂ ਜੀ, ਪਾਰ ਬ੍ਰਹਮ ਜੀ, ਕਿਉਂ ਗੁਰੂ ਤੇ ਪਰਮੇਸ਼ਰ ਵਿੱਚ ਫਰਕ ਨਹੀਂ ਨਾ ਹੈਗਾ ਜੀ। ਗੁਰੂ ਤੇ ਪਰਮੇਸ਼ਰ ਇੱਕੋ ਹੀ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਸਮੱਤ ਬਖਸ਼ਦੇ ਨੇ। ਭਾਈ ਬੇਨਤੀ ਕਰੋ, ਬੇਨਤੀ ਕਰੋ, ਵਾਹਿਗੁਰੂ ਜੀ ਕਿਰਪਾ ਕਰੋ, ਮੈਂ ਦਿਨ ਰਾਤ ਹੀ ਨਾਮ ਜਪਾਂ, ਬਾਰ-ਬਾਰ ਬੋਲਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇ ਫਿਰ ਨਾਲ ਹੋਰ ਕੀ ਆਖਿਆ, ਅੰਮ੍ਰਿਤ ਬਾਣੀ ਉਚਰਾ ਹਰ ਜਸ। ਹੇ ਵਾਹਿਗੁਰੂ ਜੀ, ਮੇਰੇ ਉੱਪਰ ਕਿਰਪਾ ਕਰੋ, ਜਿੱਥੇ ਮੈਂ ਦਿਨ ਰਾਤ ਨਾਮ ਦਾ ਵਿਖਿਆਨ ਕਰਾਂ, ਭਾਵ ਨਾਮ ਬੋਲਾਂ, ਆਪ ਜਪਾਂ, ਦੂਜਿਆਂ ਨੂੰ ਜਪਣ ਵਾਸਤੇ ਪ੍ਰੇਰਨਾ ਦੇਵਾਂ, ਉੱਥੇ ਮੇਰੇ ਉੱਪਰ ਕਿਰਪਾ ਕਰੋ। ਮੈਂ ਆਪ ਜੀ ਦੀ ਅੰਮ੍ਰਿਤ ਬਾਣੀ ਦਾ ਉਚਾਰਨ ਕਰਦਾ ਰਹਾਂ, ਬਾਣੀ ਵੀ ਪੜ੍ਹਦਾ ਰਹਾਂ, ਬਾਣੀ ਦਾ ਗਾਇਨ ਵੀ ਕਰਦਾ ਰਹਾਂ। ਇਹ ਵੀ ਕਿਰਪਾ ਕਰੋ ਮੇਰੇ ਉੱਪਰ। ਤੇ ਨਾਲ ਬਖਸ਼ਿਸ਼ ਕਰੋ, ਮਿੱਠਾ ਲਾਗੇ ਤੇਰਾ ਭਾਣਾ ਰਾਮ। ਜੋ ਤੁਹਾਨੂੰ ਚੰਗਾ ਲੱਗਦਾ, ਜੋ ਤੁਹਾਨੂੰ ਚੰਗਾ ਲੱਗਦਾ ਮੇਰੇ ਵਾਹਿਗੁਰੂ ਜੀ, ਮੇਰੇ ਸਤਿਗੁਰੂ ਜੀ, ਉਹ ਮੈਨੂੰ ਮਿੱਠਾ ਲੱਗੇ, ਭਾਵ ਮੈਨੂੰ ਵੀ ਚੰਗਾ ਲੱਗੇ। ਮੈਂ ਉਹ ਹੀ ਕਰਾਂ ਜੋ ਤੁਹਾਨੂੰ ਚੰਗਾ ਲੱਗਦਾ ਹੈ, ਜੋ ਤੁਹਾਨੂੰ ਭਾਵਦਾ ਹੈ। ਇੱਥੇ ਹੁਣ ਸੰਗਤ ਜੀ ਧਿਆਨ ਨਾਲ ਸੁਣਿਓ। ਸਾਨੂੰ ਕਈ ਬੰਦੇ ਮਿਲਦੇ ਅਭਿਆਸੀ, ਉਹ ਕਹਿੰਦੇ ਆ ਵੀ ਬਾਣੀ ਜ਼ਿਆਦਾ ਪੜ੍ਹਨੀ ਚਾਹੀਦੀ ਕਿ ਨਾਮ ਜ਼ਿਆਦਾ ਜਪਣਾ ਚਾਹੀਦਾ, ਜਾਂ ਬਾਣੀ ਪੜ੍ਹਨੀ ਚਾਹੀਦੀ ਜੀ ਜਾਂ ਨਾਮ ਜਪਣਾ ਚਾਹੀਦਾ। ਹੁਣ ਇੱਥੇ ਇਸ ਗੱਲ ਦਾ ਭੋਰਾ ਜਿੰਨਾ ਵੀ ਸ਼ੰਕਾ ਨਹੀਂ ਰਹਿ ਜਾਂਦਾ। ਸੁਣੋ ਧਿਆਨ ਨਾਲ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅਨ ਦਿਨ ਨਾਮ ਵਖਾਣਾ ਰਾਮ। ਅੰਮ੍ਰਿਤ ਬਾਣੀ ਉਚਰਾ ਹਰ ਜਸ, ਮਿੱਠਾ ਲਾਗੇ ਤੇਰਾ ਭਾਣਾ ਰਾਮ। ਯਾਦ ਰੱਖਿਓ, ਬਾਣੀ ਤੇ ਨਾਮ ਇਹ ਵੱਖ ਨਹੀਂ ਜੇ ਹੈਗੇ, ਵੱਖਰੇ ਵੱਖਰੇ ਨਹੀਂ ਹੈਗੇ। ਨਾਮ ਬਾਣੀ ਦਾ ਰੂਪ ਆ ਤੇ ਬਾਣੀ ਨਾਮ ਦਾ ਰੂਪ ਇੱਕੋ ਹੀ ਆ। ਜਿਸ ਸਿੱਖ ਨੇ ਖੂਬ ਨਾਮ ਜਪਣਾ, ਉਹ ਬਾਣੀ ਵੀ ਖੂਬ ਪੜ੍ਹੇ ਜੀ। ਬਾਣੀ ਪੜ੍ਹਦਿਆਂ ਪੜ੍ਹਦਿਆਂ ਸ਼ਕਤੀ ਮਿਲਣੀ ਹੈ, ਬਲ ਮਿਲਣਾ ਹੈ, ਪਿਆਰ ਮਿਲਣਾ ਹੈ, ਸੋਝੀ ਆਵਣੀ। ਕਿਉਂ ਬਾਣੀ ਗੁਰੂ ਆ ਨਾ। ਹੋਰ ਥੋੜ੍ਹੇ ਜਿਹੇ ਅੱਗੇ ਨੂੰ ਹੋਵੋ, ਪਿੱਛੇ ਸੰਗਤ ਨੂੰ ਬਹਿਣ ਨੂੰ ਥਾਂ ਮਿਲ ਜੇ। ਬਾਣੀ ਨੇ ਬਲ ਬਖਸ਼ਣਾ ਹੈ, ਪ੍ਰੇਮ ਬਖਸ਼ਣਾ ਹੈ, ਸ਼ਰਧਾ ਬਖਸ਼ਣੀ ਹੈ, ਭਾਵਨਾ ਬਖਸ਼ਣੀ ਹੈ। ਇਸ ਵਾਸਤੇ ਸਿੱਖ ਨੇ ਬਾਣੀ ਵੀ ਪੜ੍ਹਨੀ, ਗਾਵਣੀ। ਬਾਣੀ ਨੇ ਬੰਦੇ ਨੂੰ ਜਿਉਣ ਦੀ ਜਾਚ ਸਿਖਾਉਣੀ ਬੰਦੇ ਨੂੰ। ਹਾਂਜੀ, ਆਦਮੀ ਐਵੇਂ ਸੋਚੀ ਜਾਂਦਾ ਵੀ ਮੈਨੂੰ ਸਭ ਕੁਝ ਆਉਂਦਾ, ਕੁਝ ਵੀ ਨਹੀਂ ਆਉਂਦਾ ਬੰਦੇ ਨੂੰ ਜੀ, ਕੁਝ ਨਹੀਂ ਆਉਂਦਾ ਜੀ।
ਬਾਣੀ ਗੁਰੂ ਹੈ, ਬਾਣੀ ਨੇ ਸੋਝੀ ਬਖਸ਼ਣੀ। ਜੀਵਨ ਦੀ ਜੁਗਤ ਬਾਣੀ ਦੇ ਵਿੱਚੋਂ ਮਿਲਣੀ ਆ ਜੀ। ਜੀਵਨ ਦੀ ਜੁਗਤ ਗੁਰੂ ਨੇ ਸਿਖਾਉਣੀ ਆ, ਕੀ ਖਾਣਾ ਤੇ ਕੀ ਨਹੀਂ ਖਾਣਾ। ਹਾਂਜੀ, ਕਿਸ ਤਰ੍ਹਾਂ ਦਾ ਪਹਿਨਣਾ, ਕਿਸ ਤਰ੍ਹਾਂ ਦਾ ਨਹੀਂ ਪਹਿਨਣਾ, ਕਿਸ ਤਰ੍ਹਾਂ ਵੇਖਣਾ ਹੈ, ਕਿਸ ਤਰ੍ਹਾਂ ਨਹੀਂ ਵੇਖਣਾ, ਕੀ ਸੁਣਨਾ ਕੀ ਨਹੀਂ ਸੁਣਨਾ ਜੀ। ਇਹ ਸਭ ਬਾਣੀ ਨੇ ਸਿਖਾਉਣਾ ਜੀ। ਕੀ ਖਾਣਾ ਤੇ ਕੀ ਨਹੀਂ ਖਾਣਾ ਬਾਣੀ ਨੇ ਸਿਖਾਉਣਾ ਜੀ। ਕਿਸ ਤਰ੍ਹਾਂ ਦਾ ਬੋਲਣਾ ਤੇ ਕਿਸ ਤਰ੍ਹਾਂ ਦਾ ਨਹੀਂ ਬੋਲਣਾ ਇਹ ਬਾਣੀ ਨੇ ਸਿਖਾਉਣਾ। ਅੰਮ੍ਰਿਤ ਜੀਵਨ ਜੁਗਤ ਬਾਣੀ ਦੇ ਵਿੱਚੋਂ ਸਿੱਖ ਨੂੰ ਮਿਲਣੀ ਆ। ਤੇ ਜਿਹਦੇ ਕੋਲ ਜੀਵਨ ਜੁਗਤ ਨਹੀਂ ਹੈਗੀ, ਨਾਮ ਕੀ ਜਪਣਾ ਜੀ ਉਹਨੇ ਦੱਸੋ ਜੀ। ਜਿਹਨੂੰ ਜਿਉਣ ਦੀ ਜਾਚ ਹੀ ਨਹੀਂ, ਖਾਣ ਪੀਣ ਬੋਲਣ ਦੀ ਅਕਲ ਨਹੀਂ, ਤੁਰਨ ਫਿਰਨ ਦਾ ਪਤਾ ਨਹੀਂ, ਉਹ ਕੀ ਨਾਮ ਜਪੇਗਾ ਜੀ। ਇਸ ਵਾਸਤੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ, ਭਾਈ ਅੰਮ੍ਰਿਤ ਬਾਣੀ ਦਾ ਉਚਾਰਨ ਕਰਨਾ ਹੈ, ਪਾਠ ਦੇ ਰੂਪ ਵਿੱਚ, ਕੀਰਤਨ ਦੇ ਰੂਪ ਵਿੱਚ, ਸ਼ੁਭ ਵਿਚਾਰਾਂ ਅਰਥ ਬਾਣੀ ਦੇ ਪੜ੍ਹ ਕੇ ਯਾਦ ਕਰਨੇ ਆ, ਦੂਜਿਆਂ ਨੂੰ ਸੁਣਾਉਣੇ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਸਮੱਤ ਦਿੰਦੇ ਨੇ, ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਆਨ ਦਿਨ ਨਾਮ ਵਖਾਣਾ ਰਾਮ। ਘੰਟੇ 2 ਘੰਟਿਆਂ ਨਾਲ ਗੱਲ ਨਹੀਂ ਬਣਦੀ। ਪੁੰਨ ਤੇ ਬੰਦੇ ਦੇ ਵੱਧਦੇ ਨੇ, ਭਾਵੇਂ ਕੋਈ 1 ਮਿੰਟ ਲਾ ਲੇ, ਅੱਧਾ ਮਿੰਟ ਲਾ ਲੇ, ਘੜੀ ਲਾ ਲੇ, ਅੱਧੀ ਘੜੀ ਲਾ ਲੇ, ਪਰ ਜਿਹੜੀ ਬਹੁਤ ਵੱਡੀ ਪ੍ਰਾਪਤੀ ਹੈ ਨਾ, ਜਿਸ ਵਾਸਤੇ ਸਾਨੂੰ ਜੀਵਨ ਮਿਲਿਆ ਜੀ, ਜਿਸ ਲਈ ਜੀਵਨ ਮਿਲਿਆ, ਉਹ ਦਿਨ ਰਾਤ ਤੋਂ ਬਿਨਾਂ ਗੱਲ ਨਹੀਂ ਬਣਦੀ ਜੀ। ਇਸ ਵਾਸਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਸਿੱਖਾ ਅਰਦਾਸ ਕਰ, ਬੇਨਤੀ ਕਰ, ਇਹ ਕਿਰਪਾ ਮੰਗ। ਡਾਕਟਰ ਜੀ ਨੂੰ ਬਿਠਾਓ ਇੱਥੇ ਲਾਗੇ, ਆਖੋ ਸਾਰੇ ਗੱਜ ਕੇ ਸ੍ਰੀ ਵਾਹਿਗੁਰੂ, ਫਿਰ ਆਖੋ ਸਾਰੇ। ਇਸ ਵਾਸਤੇ ਇਹ ਕਿਰਪਾ ਮੰਗਣੀ ਹੈ, ਇਸ ਕਿਰਪਾ ਦੀ ਸਾਨੂੰ ਲੋੜ ਹੈ। ਇਸ ਕਿਰਪਾ ਤੋਂ ਬਿਨਾਂ ਜੀਵਨ ਦਾ ਕੋਈ ਵੀ ਫਾਇਦਾ ਨਹੀਂ ਜਾਏਗਾ, ਕੋਈ ਲਾਭ ਨਹੀਂ ਹੈਗਾ ਜੀ। ਇਹ ਕਿਰਪਾ ਮੰਗਣੀ ਹੈ, ਤਰਲੇ ਲੈਣੇ, ਅਰਦਾਸਾਂ ਬੇਨਤੀਆਂ ਕਰਨੀਆਂ ਨੇ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਆਨ ਦਿਨ ਨਾਮ ਵਖਾਣਾ ਰਾਮ। ਦਿਨ ਰਾਤ ਹੀ ਮੈਂ ਨਾਮ ਜਪਾਂ, ਨਾਮ ਬੋਲਾਂ, ਨਾਮ ਦਾ ਪ੍ਰਚਾਰ ਕਰਾਂ। ਇਹ ਮੇਰੇ ਉੱਤੇ ਕਿਰਪਾ ਕਰ ਮੇਰੇ ਵਾਹਿਗੁਰੂ, ਬਖਸ਼ਿਸ਼ ਕਰ। ਗੁਰਮੁਖੋ ਜਿਨ੍ਹਾਂ 'ਤੇ ਕਿਰਪਾ ਹੋ ਜਾਂਦੀ ਹੈ ਨਾ ਜੀ, ਉਹ 8 ਪੈਰ ਫਿਰ ਉਸ ਰੰਗ 'ਚ ਰੰਗੇ ਹੀ ਰਹਿੰਦੇ ਜੇ, ਨਾ ਅੱਕਦੇ ਆ ਤੇ ਨਾ ਥੱਕਦੇ ਆ ਜੀ। ਜਿਨ੍ਹਾਂ 'ਤੇ ਕਿਰਪਾ ਹੁੰਦੀ, ਜਿਹਦੇ 'ਤੇ ਕਿਰਪਾ ਨਹੀਂ, ਉਹਨੂੰ ਤਾਂ 2-4 ਮਿੰਟ ਲਾਉਣੇ ਵੀ ਔਖੇ ਹੈਗੇ ਜੀ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਇਹ ਕਿਰਪਾ ਮੰਗੋ। ਇਸ ਕਿਰਪਾ ਤੋਂ ਬਿਨਾਂ ਗੁਜ਼ਾਰਾ ਨਹੀਂ ਹੈਗਾ ਜੀ। ਇਸ ਕਿਰਪਾ ਨੇ ਇਸ ਜੀਵਨ ਨੂੰ ਸਫਲਿਆਂ ਕਰਨਾ ਹੈ। ਬਾਰ-ਬਾਰ ਮਿਹਨਤ ਤਰਲਾ ਕਰਿਆ ਕਰੋ, ਅਰਦਾਸ ਬੇਨਤੀ ਕਰਿਆ ਕਰੋ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਅਨ ਦਿਨ ਨਾਮ ਵਖਾਣਾ ਰਾਮ। ਤੇ ਨਾਲ ਅੰਮ੍ਰਿਤ ਬਾਣੀ ਉਚਰਾ ਹਰ ਜਸ। ਹੇ ਮੇਰੇ ਸਤਿਗੁਰੂ ਜੀ, ਮੇਰੇ ਵਾਹਿਗੁਰੂ ਜੀ, ਮੈਂ ਜਿੱਥੇ ਤੁਹਾਡੇ ਕੋਲੋਂ ਨਾਮ ਜਪਣ ਦਾ, ਭਜਨ ਕਰਨ ਦਾ ਸੱਚੇ ਪਾਤਸ਼ਾਹ ਬਲ ਮੰਗ ਰਿਹਾ ਹੈ, ਤਾਕਤ ਮੰਗ ਰਿਹਾ, ਮੇਰੇ ਉੱਪਰ ਕਿਰਪਾ ਕਰੋ। ਉੱਥੇ ਮੈਨੂੰ ਬਾਣੀ ਉਚਾਰਨ ਕਰਨ ਦਾ ਵੀ ਬਲ ਬਖਸ਼ੋ ਸੱਚੇ ਪਾਤਸ਼ਾਹ। ਜਿਹੜੀ ਬਾਣੀ ਆਪ ਜੀ ਨੇ ਬਖਸ਼ਿਸ਼ ਕੀਤੀ ਹੈ ਨਾ, ਇਸ ਬਾਣੀ ਨੂੰ ਮੈਂ ਪੜ੍ਹਿਆ ਕਰਾਂ, ਇਸ ਬਾਣੀ ਨੂੰ ਮੈਂ ਗਾਇਆ ਕਰਾਂ, ਇਹ ਵੀ ਮੇਰੇ ਉੱਤੇ ਕਿਰਪਾ ਕਰੋ। ਤੇ ਨਾਲ ਹੋਰ ਇੱਕ ਵੱਡੀ ਬਖਸ਼ਿਸ਼ ਕਰੋ, ਮਿੱਠਾ ਲਾਗੈ ਤੇਰਾ ਭਾਣਾ ਰਾਮ। ਜੋ ਤੁਹਾਨੂੰ ਚੰਗਾ ਲੱਗਦਾ ਉਹ ਮੈਨੂੰ ਮਿੱਠਾ ਲੱਗੇ, ਭਾਵ ਮੈਨੂੰ ਬਹੁਤ ਚੰਗਾ ਲੱਗੇ, ਬਹੁਤ ਚੰਗਾ ਲੱਗੇ। ਮੇਰੇ ਵਾਹਿਗੁਰੂ ਜੀ ਨੂੰ ਚੰਗਾ ਲੱਗਦਾ ਹੈ। ਗੁਰੂ ਜੀ ਨੇ ਸਾਨੂੰ ਸੁੱਖ ਦੇਣ ਵਾਸਤੇ, ਸ਼ਾਂਤੀ ਦੇਣ ਵਾਸਤੇ, ਆਨੰਦ ਦੇਣ ਵਾਸਤੇ, ਜੀਵਨ ਮੁਕਤੀ ਦੀ ਦਾਤ ਦੇਣ ਵਾਸਤੇ ਮਹਾਰਾਜ ਨੇ ਸਾਨੂੰ ਬਹੁਤ ਕੁਝ ਬਾਣੀ ਵਿੱਚ ਸਮਝਾਇਆ ਹੈ। ਤੇ ਨਾਲ ਉਹਨਾਂ ਬਚਨਾਂ ਨੂੰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਦ੍ਰਿੜ ਕਰਨ ਵਾਸਤੇ ਸਾਨੂੰ ਸਮੱਤ ਦਿੱਤੀ। ਰੋਜ਼ ਪੜ੍ਹਦੇ ਜੇ ਨਾ ਤੁਸੀਂ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੈ ਵਾਹਿਗੁਰੂ ਜੀ, ਜੋ ਤੁਹਾਨੂੰ ਭਾਵਦਾ, ਜੋ ਤੁਹਾਨੂੰ ਚੰਗਾ ਲੱਗਦਾ ਹੈ। ਮਹਾਂਪੁਰਖਾਂ ਦੇ ਕੋਲ ਇੱਕ ਬੰਦਾ ਆਇਆ, ਕਹਿਣ ਲੱਗਾ ਮਹਾਰਾਜ ਮੇਰੀ ਅਰਦਾਸ ਕਰੋ। ਕਹਿਣ ਲੱਗੇ ਕਿਹੜੀ ਅਰਦਾਸ? ਉਹਨੇ ਕੰਮ ਦੱਸਿਆ ਜੀ ਵੀ ਆਹ ਕੰਮ ਆ ਤੇ ਅਰਦਾਸ ਕਰਾਉਣੀ। ਕਹਿਣ ਲੱਗੇ ਤੂੰ ਆਪੇ ਕਰ ਲਾ। ਕਹਿੰਦਾ ਨਹੀਂ ਜੀ ਤੁਸੀਂ ਕਰੋ।
ਕਹਿਣ ਲੱਗੇ ਜਿਹੜੀ ਅਰਦਾਸ ਤੂੰ ਕਹਿਣੀ ਉਹ ਸਾਡੇ ਕੋਲੋਂ ਨਹੀਂ ਹੋਣੀ। ਕਹਿੰਦਾ ਜੇ ਫਿਰ ਮੈਂ ਅਰਦਾਸ ਕਰ ਲਈ ਨਾ, ਤੁਸੀਂ ਦੱਸੋ ਵੀ ਮੈਂ ਕੀ ਆਖਾਂ, ਤੁਸੀਂ ਦੱਸੋ ਮੈਂ ਅਰਦਾਸ ਵਿੱਚ ਕੀ ਆਖਾਂ। ਤੇ ਮਹਾਂਪੁਰਖ ਕਹਿਣ ਲੱਗੇ ਹੱਥ ਜੋੜ ਕੇ ਕਹਿ ਸੱਚੇ ਪਾਤਸ਼ਾਹ ਆ ਮੇਰਾ ਕੰਮ, ਜੇ ਤੁਹਾਨੂੰ ਚੰਗਾ ਲੱਗਦਾ ਹੋ ਜੇ, ਜੇ ਨਹੀਂ ਚੰਗਾ ਲੱਗਦਾ ਤੇ ਨਾ ਹੋਵੇ। ਜੇ ਤੁਹਾਨੂੰ ਭਾਵਦਾ ਤੇ ਹੋ ਜੇ। ਹੁਣ ਵੇਖੋ ਆਪਾਂ ਪਾਠ ਕਰਦੇ ਹਾਂ, ਦਾਨ ਪੁੰਨ ਕਰਦੇ ਹਾਂ, ਤੇ ਮਗਰ ਹੀ ਪੈ ਜਾਂਦੇ ਪਰਮੇਸ਼ਰ ਦੇ ਵੀ ਇਹ ਹੋਣਾ ਚਾਹੀਦਾ ਜੀ, ਹੋਣਾ ਚਾਹੀਦਾ ਜੀ, ਹੋਣਾ ਚਾਹੀਦਾ ਏ। ਤੇ ਜਦੋਂ ਫਿਰ ਉਹਦੇ ਵਿੱਚੋਂ ਦੁੱਖ ਨਿਕਲਦਾ ਜੀ, ਫਿਰ ਬੰਦਾ ਪਛਤਾਉਂਦਾ ਜੀ। ਚੇਤੇ ਰੱਖਿਓ, ਜਿਹੜੀ ਗੱਲ ਤੁਸੀਂ ਜਿੱਦ ਦੇ ਨਾਲ ਪੂਰੀ ਕਰਾਓਗੇ, ਬਾਰ-ਬਾਰ ਕਹਿ ਕਹਿ ਕੇ ਮੰਗੋਗੇ, ਲਿਖ ਕੇ ਲੈ ਜਾਓ ਅੱਜ ਇੱਥੋਂ ਬੈਠੇ, ਉਹ 'ਚੋਂ ਦੁੱਖ ਨਿਕਲੇਗਾ ਜੀ, ਉਹ 'ਚੋਂ ਦੁੱਖ ਨਿਕਲੇਗਾ। ਕਿਉਂ ਸਾਨੂੰ ਕੀ ਪਤਾ ਵੀ ਇਹਦਾ ਭਵਿੱਖ ਕੀ ਹੈਗਾ ਜੀ, ਸਾਨੂੰ ਇੰਨੀ ਸਮਝ ਥੋੜ੍ਹੀ ਹੈ। ਇੱਕ ਬੰਦਾ ਸੰਤਾਂ ਦੀ ਬੜੀ ਸੇਵਾ ਕਰਦਾ ਹੁੰਦਾ ਸੀ, ਬੜੀ ਸੇਵਾ ਕਰਦਾ ਸੀਗਾ ਜੀ। ਤੇ ਸੰਤ ਇੱਕ ਦਿਨ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਵੀ 10 ਪ੍ਰੇਮੀਆਂ ਤੈਨੂੰ ਕੀ ਚਾਹੀਦਾ। ਕਹਿਣ ਲੱਗਾ ਮਹਾਰਾਜ ਪੁੱਤ ਨਹੀਂ ਹੈਗਾ ਮੇਰੇ ਘਰ, ਮੈਨੂੰ ਪੁੱਤ ਚਾਹੀਦਾ। ਕਹਿਣ ਲੱਗੇ ਦੁੱਖ ਬੜਾ ਆਏਗਾ ਪੁੱਤ ਦੇ ਨਾਲ, ਨਾ ਮੰਗ। ਕਹਿਣ ਲੱਗੇ ਦੁੱਖਾਂ ਦੀ ਪੰਡ ਲੈ ਕੇ ਆਏਗਾ ਉਹ। ਕਹਿਣ ਲੱਗਾ ਜੀ ਸੰਸਾਰ ਆ, ਕੀ ਕਰੀਏ, ਪੁੱਤਾਂ ਤੋਂ ਬਿਨਾਂ ਸੰਸਾਰ ਨਾਲ ਗੰਢ ਨਹੀਂ ਪੈਂਦੀ, ਇੱਜ਼ਤ ਮਾਣ ਨਹੀਂ ਹੁੰਦਾ, ਗਾਂ ਫੇ ਘਰ ਬੂਆ ਕੌਣ ਸਾਂਭੇਗਾ ਜੀ, ਦਿਨ ਰਾਤ ਮਨ ਬੜਾ ਪਰੇਸ਼ਾਨ ਰਹਿੰਦਾ। ਕਹਿਣ ਲੱਗੇ ਤੂੰ ਆਪਣੀ ਮੰਗ ਅੱਗੇ ਰੱਖ ਦਿੱਤੀ ਆ, ਤੇ ਉਸ ਮੰਗ ਦਾ ਕੀ ਰਿਜ਼ਲਟ ਨਿਕਲੇਗਾ ਅਸੀਂ ਤੈਨੂੰ ਦੱਸ ਦਿੱਤਾ। ਕਹਿਣ ਲੱਗੇ ਪੁੱਤ ਮਿਲਣਾ ਕੋਈ ਵੱਡੀ ਗੱਲ ਨਹੀਂ, ਰੱਬ ਦੇ ਘਰ ਕੋਈ ਏਡੀ ਗੱਲ ਨਹੀਂ। ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ ਹੱਸਦੇ ਹੁੰਦੇ ਸੀ। ਕਹਿਣ ਲੱਗੇ ਕੋਠੇ ਭਰੇ ਪਏ ਪੁੱਤਾਂ ਦੇ, ਜਿੰਨੇ ਮਰਜ਼ੀ ਲੋਕ ਲੈ ਲੈਣ ਦੀ ਗੱਲ ਹੈ, ਕੋਠੇ ਭਰੇ ਪਏ ਆ, ਪਰ ਨਾਲ ਕਮਾਈ ਦੀ ਲੋੜ ਹੈ। ਜੇ ਸੇਵਾ ਸਿਮਰਨ ਨਾ ਕੀਤੀ ਤੇ ਘਸੁੰਨ ਫੇਰਨ ਵਾਲੇ ਆਉਣਗੇ। ਕਹਿਣ ਲੱਗੇ ਹਾਂਜੀ, ਭਜਨ ਬੰਦਗੀ ਤੋਂ ਹੀਣੇ ਮਨੁੱਖ ਜਿਹੜੇ, ਉਹਨਾਂ ਨੂੰ ਸੁੱਖ ਨਹੀਂ ਮਿਲਦਾ। ਮਹਾਂਪੁਰਖ ਕਹਿਣ ਲੱਗੇ ਦੁੱਖ ਨਿਕਲੇਗਾ। ਨਹੀਂ ਮਹਾਰਾਜ ਸਰਦਾ ਨਹੀਂਗਾ ਜੀ, ਹੁਣ ਤੁਸੀਂ ਆਖਿਆ ਤੇ ਕਰ ਦਿਓ ਬਚਨ ਪੂਰਾ। ਮੈਂ ਮੰਗਿਆ, ਤੁਸੀਂ ਆਖਿਆ ਵੀ ਤੈਨੂੰ ਕੀ ਚਾਹੀਦਾ, ਤੇ ਮੈਂ ਹੁਣ ਕਹਿ ਦਿੱਤਾ ਤੁਹਾਨੂੰ, ਤੁਸੀਂ ਬਚਨ ਪੂਰਾ। ਕਹਿਣ ਲੱਗੇ ਬਚਨ ਪੂਰਾ ਹੋ ਜਾਏਗਾ, ਰੱਬ ਦੇ ਘਰ ਘਾਟਾ ਨਹੀਂ ਕੋਈ ਹੈਗਾ। ਆਪਾਂ ਤੇ ਮੰਗਤੇ ਆ, ਹੱਥ ਜੋੜ ਕੇ ਮਾਲਕ ਦੇ ਅੱਗੇ ਮਿਹਨਤ ਕਰਨੀ ਆ, ਦਾਤੇ ਨੇ ਦਾਤ ਦੇ ਦੇਣੀ ਆ, ਪਰ ਮੈਂ ਤੈਨੂੰ ਕਹਿੰਦਾ ਦੁੱਖ ਨਿਕਲੇਗਾ। ਕਹਿਣ ਲੱਗੇ ਫਿਰ ਸਮੇਂ ਨਾਲ ਪੁੱਤ ਹੋਇਆ ਜੀ। ਹਾਂਜੀ, ਛੋਟੀ ਉਮਰ ਤੋਂ ਉਹਦੇ ਕਾਰਨਾਮੇ ਉਲਟ ਪੁਲਟ ਜੀ, ਵੱਡੇ ਹੋ ਕੇ ਲੜਾਈਆਂ ਝਗੜੇ। 10-15 ਦਿਨੇ ਪੁਲਿਸ ਨੇ ਉਹਨੇ ਮੁੰਡੇ ਨੇ ਭੱਜ ਜਾਣਾ, ਤੇ ਪੁਲਿਸ ਨੇ ਫੜ ਕੇ ਬੁੱਢੇ ਨੂੰ ਅੰਦਰ ਥਾਣੇ ਬੰਦ ਕਰ ਦੇਣਾ ਵੀ ਮੁੰਡਾ ਪੇਸ਼ ਕਰ। ਹਾਂਜੀ, ਇੰਨੀ ਧੂਕੜੀ ਸੀ। ਇੱਕ ਦਿਨ ਫਿਰ ਸੰਤਾਂ ਦੇ ਕੋਲ ਰੋ ਪਿਆ ਜੀ, ਕਹਿੰਦਾ ਮਹਾਰਾਜ ਇਹਦੇ ਨੂੰ ਤੇ ਚੰਗਾ ਹੀ ਹੁੰਦਾ ਹੀ ਨਾ। ਕਹਿਣ ਲੱਗੇ ਮੈਂ ਤਾਂ ਤੈਨੂੰ ਉਦੋਂ ਹੀ ਕਹਿਤਾ ਸੀਗਾ, ਮੈਂ ਤੇ ਤੈਨੂੰ ਉਦੋਂ ਹੀ ਕਹਿਤਾ ਸੀ। ਬੰਦਾ ਜ਼ਿੰਦਗੀ ਬਰਬਾਦ ਕਰਕੇ ਤੇ ਮੁੜ ਕੇ ਕਹਿੰਦਾ ਆਹ ਨਾ ਹੁੰਦਾ, ਉਹ ਨਾ ਹੁੰਦਾ, ਪਰ ਪਹਿਲਾਂ ਆਦਮੀ ਹਟਦਾ ਨਹੀਂ ਜੇ ਗੁਰੂ ਕੋਲੋਂ ਮੱਤ ਨਹੀਂ ਜੇ ਬੰਦਾ ਲੈਂਦਾ ਜੀ, ਗੁਰੂ ਕੋ ਮੱਤ ਨਹੀਂ ਲੈਂਦਾ। ਸੱਚੇ ਪਾਤਸ਼ਾਹ ਕਹਿੰਦੇ ਆ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਇਸ ਤਰ੍ਹਾਂ ਹੀ ਹੈ ਨਾ ਪੰਗਤੀ। ਹਾਂਜੀ, ਜੋ ਪਰਮੇਸ਼ਰ ਨੂੰ ਭਾਵਦਾ ਉਹਦੇ ਵਿੱਚ ਸੁੱਖ ਹੈ ਜੀ। ਤਾਂਿਓ ਬਾਣੀ ਵਿੱਚ ਮਾਰੇ ਕਹਿੰਦੇ ਨਾ ਜੋ ਮੰਗੈ ਸੋ ਭੁੱਖਾ ਰਹੇ, ਜੋ ਮੰਗੈ ਸੋ ਭੁੱਖਾ ਰਹੇ। ਜਿਸ ਬੰਦੇ ਦੀ ਆਦਤ ਦੁਨੀਆ ਦੇ ਪਦਾਰਥ, ਮਾਇਆ, ਸੰਸਾਰੀ ਵਸਤੂਆਂ ਮੰਗਣ ਦੀ ਪੈ ਜਾਂਦੀ ਹੈ ਨਾ ਜੀ, ਉਹ ਸਦਾ ਭੁੱਖਾ ਹੀ ਰਹਿੰਦਾ ਜੀ, ਸਦਾ ਭੁੱਖਾ ਹੀ ਰਹਿੰਦਾ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਆ ਵੇਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਇਹਦੇ ਨਾਲ ਮਨ ਦੀ ਭੁੱਖ ਲੈਣੀ ਆ, ਮੰਗ ਮੰਗ ਕੇ ਭੁੱਖ ਦੂਰ ਨਹੀਂ ਹੋਣੀ। ਮਾਇਆ ਦਾ ਨਾ ਧੰਦਾ ਇਹੋ ਜਿਹਾ ਹੈਗਾ, ਮਾਇਆ ਦਾ ਜੰਜਾਲ ਇਹੋ ਜਿਹਾ ਹੈਗਾ, ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਓ ਅਸੀਂ ਨਿਕਲ ਜਾਵਾਂਗੇ, ਚੋਂ ਨਿਕਲ ਨਹੀਂ ਸਕਦਾ ਬੰਦਾ ਜੀ, ਨਿਕਲ ਨਹੀਂ ਸਕਦਾ। ਜਿਹਦਾ ਧਿਆਨ ਹੀ ਇੱਧਰ ਹੈਗਾ ਜੀ, ਉਹ ਹੁਣ ਵੇਖੋ ਮਾਇਆਧਾਰੀ। ਮੇਰਾ ਇੱਕ ਮਿੱਤਰ ਹੈ ਜੀ, ਉਹ ਮਾਇਆਧਾਰੀ ਹੈ ਜੀ, ਤੇ ਮੈਂ ਉਹਨੂੰ ਕਹਿੰਦਾ ਰਹਿੰਦਾ, ਮੈਂ ਆਖਿਆ ਭਲਿਆ ਲੋਕਾ ਭਜਨ ਕਰੀਏ, ਨਾਮ ਜਪੀਏ, ਕਿਸ ਪਾਸੇ ਲੱਗੇ। ਬਸ ਕਹਿੰਦਾ ਜੀ ਸਾਲ ਕੁ ਕੰਮ ਹੋਰ ਕਰਨਾ, ਕਹਿੰਦਾ ਸਾਲ ਕੁ ਕਰਕੇ ਫਿਰ ਆਪਾਂ ਮੁੰਡੇ ਨੂੰ ਜ਼ਿੰਮੇਵਾਰੀ ਦੇ ਦੇਣੀ ਆ। ਉਹ ਮੈਂ ਆਖਿਆ ਇਸ ਤਰ੍ਹਾਂ ਕਰਦਿਆਂ ਕਰਦਿਆਂ ਹੀ ਲੰਘ ਜਾਂਦੀ ਸਾਰੀ, ਇਸ ਤਰ੍ਹਾਂ ਹੀ ਲੰਘ ਜਾਂਦੀ ਸਾਰੀ। ਇਸ ਵਾਸਤੇ ਇਹ ਮਾਇਆ ਦਾ ਜੰਜਾਲ ਹੀ ਇਹੋ ਜਿਹਾ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਪੰਕਜੋ, ਆ ਸੁਣਿਓ ਧੰਨ, ਪੰਕਜ ਪਾਠ ਨਹੀਂ ਜੇ ਕਰਨਾ,
ਹਾਂਜੀ ਪੰਕਜਦਾ ਅਰਥ ਹੁੰਦਾ ਫੁੱਲ, ਪੰਕ ਜੋ ਚਿੱਕੜ, ਪੰਕ ਜੋ, ਹਾਂਜੀ ਪੰਕ ਜੋ ਮੋਹ ਪੱਗ ਨਹੀਂ ਚੱਲੇ, ਹਮ ਦੇਖਾ ਤਹਿ ਡੂਬੀ ਵਾਲੇ ਗੁਰੂ ਸਾਹਿਬ ਕਹਿੰਦੇ ਮੈਂ ਸੁਣੀ ਹੋਈ ਗੱਲ ਨਹੀਂ ਜੇ ਤੁਹਾਨੂੰ ਦੱਸਦਾ, ਕਿਸੇ ਕਿਤਾਬ ਗ੍ਰੰਥ 'ਚੋਂ ਪੜ੍ਹੀ ਹੋਈ ਗੱਲ ਨਹੀਂ ਦੱਸਦਾ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਵੇਖਿਆ ਏ, ਮੈਂ ਵੇਖਿਆ ਏ ਮੋਹ ਦੇ ਚਿੱਕੜ ਦੇ ਵਿੱਚ ਫਸਿਆ ਹੋਇਆ ਬੰਦਾ ਇੱਕ ਕਦਮ ਵੀ ਰੱਬ ਵਾਲੇ ਪਾਸੇ ਨਹੀਂ ਜੇ ਤੁਰ ਸਕਦਾ ਜੀ। ਹਾਂਜੀ ਤੇ ਮੋਹ ਕਿਹੜਾ? ਮਾਇਆ ਦਾ ਮੋਹ ਹੀ, ਹੋਰ ਕਿਹੜਾ ਹੈਗਾ ਜੀ? ਸਭ ਕੁਝ ਮਾਇਆ ਹੀ ਹੈਗੀ ਹੈ ਜੀ, ਸਭ ਮਾਇਆ ਹੈ। ਨਾਨਕ ਵਖਾਣੇ ਬੇਨਤੀ ਤੁਧ ਬਾਝ ਕੂੜੋ ਕੂੜ, ਸਭ ਮਾਇਆ ਹੈ। ਹਾਂਜੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿੰਦੇ ਆ ਆਦਮੀ ਇਹਦੇ ਵਿੱਚ ਫਸਿਆ ਹੋਇਆ, ਦੁਖੀ ਹੋਇਆ, ਨਿਕਲਣ ਦੀ ਕੋਸ਼ਿਸ਼ ਕਰਦਾ, ਸਗੋਂ ਹੋਰ ਨਿਗਰਦਾ ਜਾਂਦਾ ਜੀ ਵਿੱਚ ਜੀ, ਹੋਰ ਨਿਗਰਦਾ ਜਾਂਦਾ ਜੀ। ਪੰਕ ਜੋ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਵਾਲੇ, ਵੇਖਿਆ ਦੁਨੀਆ ਡੁੱਬ ਰਹੀ ਉਹਦੇ ਵਿੱਚ ਜੀ, ਡੁੱਬ ਰਹੀ ਉਹਦੇ ਵਿੱਚ। ਇਹ ਕਦੇ ਸੰਸਾਰ ਦੇ ਧੰਦੇ ਕਦੇ ਕਿਸੇ ਨੇ ਪੂਰੇ ਕੀਤੇ ਆ ਜੀ? ਇਹ ਨਹੀਂ ਕਦੇ ਕਿਸੇ ਕੋ ਪੂਰੇ। ਕਰ ਕਰ ਥਾਕੇ ਵੱਡੇ ਵਡੇਰੇ, ਕਿਨ ਹੀ ਨਾ ਕੀਏ ਕਾਜ ਮਾਇਆ ਪੂਰੇ। ਮਾਇਆ ਦੇ ਕੰਮ ਅੱਜ ਤੱਕ ਕੋਈ ਨਹੀਂ ਜੇ ਪੂਰਾ ਕਰ ਸਕਿਆ। ਇਹਤੇ ਭੈ ਰਾਜਾ तीन लोक में नगारा बाजा, जाके रथ पहियन से सातों सिंधु खाटे है। एडे वड्डे वड्डे राजे दुनिया च होए, हाँ जी इस संसार विच होए, उन्हां दा नगारा दुनिया दे विच वजदा सीगा जी। इत्ते भै राजा तीन लोक में नगारा बाजा, तिन्ना लोकां च उन्हां दा हुक्म चलदा सी, नगारा वजदा सी उन्हां दा जी। इन्ने इन्ने बलवान उन्हां दे रथां दे पहियां दे नाल समुंदर बन गए जी। इत्ते भै राजा तीन लोक में नगारा बाजा, जाके रथ पहियन से सातों सिंधु खाटे हैं। अरब खरब दरब, पैसा किन्ना किसी उन्हां दे कोल जी, अरब खरब दरब। आपां एक तो शुरू करांगे जी, 100 दे नोट तो शुरू करांगे, 1000 दे तो शुरू कर लांगे, 2000 दे तो कर लांगे जी। हाँ जी ਲੱਖ ਤੋਂ ਸ਼ੁਰੂਆਤ ਕਰ ਲਾਂਗੇ, ਵੱਧ ਤੋਂ ਵੱਧ ਜਿਹਦੇ ਕੋਲ ਜ਼ਿਆਦਾ ਹੈਗੇ ਆ ਉਹਨਾਂ ਦੀ ਸ਼ੁਰੂਆਤ ਹੀ ਅਰਬ ਤੋਂ ਹੋਣ ਡਈ ਹੈ। ਕਿੰਨੀ ਮਾਇਆ ਸੀ ਉਹਨਾਂ ਦੇ ਕੋਲ, ਅਰਬ ਖਰਬ ਦਰਬ ਜਾਂ ਕੀ ਕੋਟ ਬਰਸ ਆਰਜਾ ਥੀ, ਏਕ ਬਾਣ ਹਾਥ ਲੀਏ ਵੈਰੀ ਸਭੇ ਡਾਟੇ ਹੈ। ਇੰਨਾ ਧਨ ਪਦਾਰਥ ਕੋਈ ਅੰਤ ਨਹੀਂ, ਤੇ ਜੇ ਕਿਤੇ ਥੋੜਾ ਜਿਹਾ ਗੁੱਸਾ ਆ ਗਿਆ ਤੇ ਹੱਥ 'ਚ ਤੀਰ ਫੜਨਾ ਨਾ ਜੀ, ਕਮਾਨ ਦੇ ਉੱਤੇ ਕੱਸਣਾ, ਦੁਨੀਆ ਕੰਬਣ ਲੱਗ ਪੈਂਦੀ ਸੀ ਜੀ। ਜਿਸ ਤਰ੍ਹਾਂ ਹੁਣ ਕੋਈ ਸ਼ਕਤੀਸ਼ਾਲੀ ਦੇਸ਼ ਐਲਾਨ ਕਰ ਦੇਵੇ ਵੀ ਮੈਂ ਫਲਾਣੇ ਦੇਸ਼ ਦੇ ਉੱਤੇ ਐਟਮ ਬੰਬ ਸੁੱਟਣਾ, ਸਾਰਾ ਦੇਸ਼ ਕੰਬ ਉੱਠਦਾ ਜੀ। ਕੰਬਦੇ ਕਿ ਨਹੀਂ ਜੀ? ਉਹ ਐਲਾਨ ਕਰ ਦੇਵੇ ਵੀ ਮੈਂ ਇਹਨਾਂ ਨੂੰ ਬਰਬਾਦ ਕਰ ਦੇਣਾ ਹੈ, ਹਾਂਜੀ ਇੱਕ ਬੰਬ ਐਸਾ ਸੁੱਟਣਾ, ਬਰਬਾਦ ਕਰ ਦੇਣਾ, ਦੇਸ਼ ਕੰਬ ਉੱਠੇਗਾ ਜੀ ਸਾਰੇ ਦਾ ਸਾਰਾ। ਇਸ ਤਰ੍ਹਾਂ ਦੇ ਤੀਰ ਸਨ ਉਹਨਾਂ ਸਮਿਆਂ ਦੇ ਵਿੱਚ ਜੀ। ਏਕ ਬਾਣ ਹਾਥ ਲੀਏ ਵੈਰੀ ਸਭੇ ਡਾਟੇ ਹੈ, ਵੈਰੀ ਕੰਬਣ ਲੱਗ ਪੈਂਦੇ ਸੀ ਜਦੋਂ ਤੀਰ ਕੱਸਦੇ ਸੀ ਨਾ ਜੀ। ਜੇ ਮਹਾਰਾਜ ਸੱਚੇ ਪਾਤਸ਼ਾਹ ਸਮੱਤ ਦਿੰਦੇ ਨੇ, ਸੋਝੀ ਬਖਸ਼ਦੇ ਆ, ਗ੍ਰੰਥਕਾਰ ਲਿਖਦੇ ਨੇ, ਵੋ ਵੀ ਮਰ ਗਏ, ਵੋ ਵੀ ਮਰ ਗਏ, ਵਾਂਕਾ ਨਾਮ ਨਾ ਕੋਊ ਹੈ ਲੈ। ਤੇ ਹੁਣ ਮੈਂ ਤੁਹਾਨੂੰ ਪੁੱਛਾਂ, ਤੁਸੀਂ ਪੜ੍ਹੇ ਲਿਖੇ ਸਾਰੇ ਬੈਠੇ ਹੋ, ਵੀ ਉਹ ਕੌਣ ਬੰਦੇ ਸੀ ਜਿਨ੍ਹਾਂ ਦਾ ਇਹ ਜ਼ਿਕਰ ਕੀਤਾ ਜਾ ਰਿਹਾ, ਤੇ ਤੁਸੀਂ ਕਹੋ ਜੇ ਸਾਨੂੰ ਨਹੀਂ ਪਤਾ ਹੈਗਾ ਜੀ। ਸਾਨੂੰ ਨਹੀਂ ਪਤਾ ਹੈਗਾ। ਕਿਉਂ ਨਹੀਂ ਪਤਾ? ਉਹਨਾਂ ਨੇ ਨਾ ਕਿਰਪਾ ਮੰਗੀ, ਨਾ ਨਾਮ ਦੀ ਦਾਤ ਮੰਗੀ, ਨਾ ਜੀਵਨ ਦੀ ਜੁਗਤ ਪਰਮੇਸ਼ਰ ਦੇ ਕੋਲੋਂ ਮੰਗੀ, ਤੇ ਨਾ ਵਾਹਿਗੁਰੂ ਦੇ ਭਾਣੇ ਵਿੱਚ ਰਹੇ। ਇਸ ਵਾਸਤੇ ਉਹਨਾਂ ਦਾ ਨਾਮੋ ਨਿਸ਼ਾਨ ਹੀ ਨਹੀਂ ਇਸ ਦੁਨੀਆ ਵਿੱਚ ਹੈਗਾ ਜੀ। ਇੰਨੀਆਂ ਤਾਕਤਾਂ ਵਾਲੇ ਕੋਈ ਜਾਣਦਾ ਹੀ ਨਹੀਂ ਉਹਨਾਂ ਨੂੰ। ਤੇ ਗਰੀਬ ਜਿਨ੍ਹਾਂ ਦੇ ਘਰ ਰੋਟੀ ਨਹੀਂ ਪੱਕਦੀ ਜੀ, ਰੋਟੀ ਨਹੀਂ ਸੀ ਪੱਕਦੀ ਜਿਨ੍ਹਾਂ ਦੇ ਘਰ, ਗਰੀਬ ਹੈ ਜੀ। ਤੇ ਵਾਹਿਗੁਰੂ ਦੇ ਨਾਮ ਦਾ ਪ੍ਰਤਾਪ ਸਾਰਾ ਸੰਸਾਰ ਉਹਨਾਂ ਨੂੰ ਰੋਜ਼ ਯਾਦ ਕਰਦਾ ਏ। ਲੱਖਾਂ ਜਵਾਨਾਂ ਉਹਨਾਂ ਦਾ ਜਸ ਗਾਉਂਦੀਆਂ ਨੇ, ਤੇ ਲੱਖਾਂ ਸੀਸ ਉਹਨਾਂ ਦੇ ਅੱਗੇ ਝੁਕਦੇ ਨੇ ਜੀ। ਤੇ ਦਿਨ ਰਾਤ ਉਹਨਾਂ ਦੀ ਸੋਭਾ ਹੋ ਰਹੀ ਹੈ। ਉਹਨਾਂ ਨੂੰ ਧੰਨ ਧੰਨ ਆਖਿਆ ਜਾ ਰਿਹਾ, ਧੰਨ ਧੰਨ ਆਖਿਆ ਜਾ ਰਿਹਾ। ਕਰੋ ਭਗਤਾਂ ਨੂੰ ਯਾਦ, ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ, ਹਾਂਜੀ ਭਗਤ ਰਵਿਦਾਸ ਜੀ, ਕਿੰਨੇ ਗਰੀਬ ਘਰਾਣੇ ਦੇ ਸਨ, ਪਰ ਵਾਹਿਗੁਰੂ ਜੀ ਦੇ ਨਾਮ ਦਾ ਪ੍ਰਤਾਪ। ਉਹਨਾਂ ਨੇ ਕਿਰਪਾ ਹੀ ਮੰਗੀ, ਹਰ ਵੇਲੇ ਕਿਰਪਾ ਹੀ ਮੰਗੀ, ਮੇਰੇ 'ਤੇ ਕਿਰਪਾ ਕਰੋ ਵਾਹਿਗੁਰੂ ਜੀ, ਮੇਰੇ 'ਤੇ ਕਿਰਪਾ ਕਰੋ।
मेरे ते बख्शिश करो वाहिगुरू जी, दया करो। वो बड़े बड़े बलवान राजे ताकतां दे मालक, वो भी मर गए, वहाँ का नाम ना कोऊ है लेत, कहों कहों सिमरती पुरानन में आते हैं। जे उन्हां बारे कुछ पढ़ना होवे सुनना होवे ते बड़े पुराने ग्रंथ जिहड़े हैगे ने सिमरतियां ते पुराण, हुण वेखो संस्कृत दे ग्रंथ कौन पढ़ेगा जी उन्होंने? हाँ जी, बड़े औखे ने वो, तो मेरा ख्याल आपां वेखे ही नहीं होने कदे जी सिमरतियां की हुंदियां ते पुराण की हुंदे जी। हाँ जी, तो सानू की पता लगेगा उन्होंने बारे जी। कहूँ कहूँ सिमरती पुरानन में आते हैं। तो फिर की आख्या, कहते तू भी करत मेरी मेरी, सही भी ना भई तेरी, तेरे जैसे कंगले करोड़ों काल काटे। वो तेरे वर्गे कंगालों नूं ते काल रोज करोड़ों नूं मारदा है, तू किहड़ी गिणती च हैगा? कहण लगे किहड़ी गिणती च दस है? एवें मेरी 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 करी जाना, रब नूं भुलिया बैठा है, किहड़ी गिणती च हैगा तू? धन गुरु अर्जन देव साहब कहते मंग किरपा हथ जोड़ के, मंग किरपा। बिहागड़ा महला पंजवां, कर किरपा गुर पार ब्रह्म पूरे, अन दिन नाम वखाना राम। जिन्हां ते किरपा हो जाती वो दिन रात जपदे जे, बिल्कुल पक्की गल जे जी। मैं वेखी है जी इस तरह के गुरु के घर विच, वेखी है दिन रात जपण वाले जी, उन्हां ते किरपा हुई जी। किरपा तो बिना गल कोई नहीं बननी। किरपा वास्ते संगत जी गुरु अगे शीस भी नवाउणा है, तो गुरु जी नूं जो चंगा लगदा वो करना है जी। किरपा जरूर होएगी, क्यों नहीं होएगी किरपा जी? सतगुर तो बड़े दयालु ने, बड़े मेहरबान ने, बड़े कृपालु ने। किनियां नूं तारिया महाराज ने, कर किरपा गुर पार ब्रह्म पूरे, अन दिन नाम वखाना राम, अमृत बाणी उचरा हर जस, मिठा लागे तेरा भाणा राम। हुण इत्थे सावधानी रखियो, नाम ते बाणी ये वख-वख नहीं जे अगे, ये वख-वख नहीं जे अगे। कई इस दुविधा विच फसे रहिंदे ने। याद रखियो, जिद्दण तुहाडे उत्ते किरपा हो गई, तुसीं बाणी भी पढ़ोगे तो नाम का आनंद भी माणोगे, इकट्ठा ही चलेगा जी। ये वख-वख नहीं है जी, इकट्ठा ही आनंद बनेगा जी। ये तुसीं जरा किरपा वाले पासे आओ, अरदास बेनती करो, वेखियो फिर किरपा का नज़ारा कैसा जी। हाँ जी, बाणी गुरु आ, गुरु ने जीवन जुगत बख्शिश करनी है। जिन्ना चिर जीवना ना आया उन्ना चिर गल की गल बनेगी जी। गुरु महाराज ने किरपा की, मेहर दियां निगाह कीतियां, सिखां नूं जीवन की जाच सिखाई जी। हाँ जी, सुमत बख्श दी। हाँ जी, अगे सच्चे पातशाह कहते ने, कर दया मया गोपाल गोबिंद। देखो अरदास बेनती करनी है, किस तरह करनी सच्चे पातशाह सिखा रहे हैं। महाराज ने वेख्या कल युग का समा उम्र थोड़ी है। हाँ जी, ज्ञान की घाट है, साधन लोगों को इन्ने नहीं है। जप तप संजम करने बड़े औखे ने जी। ताइयों तो गुरु महाराज कहते हैं, जप तप संजम धर्म ना कमाया, सेवा साधना जानिया हर राया। महाराज कहते चल जे ये कुछ नहीं किया तो आ तो कर ला, आ तो कर ला, सौखा काम कहो नानक हम नीच करमा, शरण परे की राखो शर्मा। हो और कुछ नहीं कर सकता तो अरदास ते कर, मिन्नत तरला तो कर परमेश्वर दे अगे, कर मिन्नत कर जोदड़ी मैं प्रभ मिलने का चाहो। मिन्नत तरला तो कर, सतगुर पास बेनंतिया मिला नाम आधारा। फिर अगे तुठा पातशाह तुठेगा जी, तुठा सच्चा पातशाह ताप गया संसारा। गुरु जी बख्शिश कर रहे ने, कहते अरदास कर, बेनती कर, निमाणा होके बेनती कर, कर दया मया गोपाल गोबिंद। हे सृष्टि नूं पालनहार गोपाल जी गोबिंद जी, मेरे उत्ते दया कर, मेरे उत्ते मया दा अर्थ हुंदा मेहर, मेरे उत्ते मेहर कर। कर दया मया गोपाल गोबिंद, कोई नाही तुझ बिना, कोई नाही तुझ बिना। ये बख्शिश करने वाला तेरे तो बिना होर कोई नहीं हैगा जी। दुनियावी छोटी छोटी मदद, छोटा छोटा साथ जिथों तक कोई कर सकता वो कर सकता जी, जिन्ना किसी का संबंध है। तो पर ना कोई दया कर सकता जे, ना कोई मेहर कर सकता जी।
ਇਹ ਗੁਰੂ ਪਰਮੇਸ਼ਰ ਦੇ ਕੋਲ ਤਾਕਤ ਹੈ, ਸਮਰੱਥਾ ਜੀ। ਧੰਨ ਗੁਰੂ ਅਰਜਨ ਦੇਵ ਸਾਹਿਬ ਸਮੱਤ ਬਖਸ਼ਦੇ ਨੇ, ਕਹਿੰਦੇ ਜੋੜ ਹੱਥ, ਨਿਮਰਤਾ ਵਿੱਚ ਆ ਤੇ ਬੇਨਤੀ ਕਰ, ਕਰ ਦਇਆ ਮਇਆ ਗੋਪਾਲ ਗੋਬਿੰਦ, ਕੋਇ ਨਾਹੀ ਤੁਝ ਬਿਨਾ, ਸਮਰੱਥ ਅਗਾਥ ਅਪਾਰ ਪੂਰਨ, ਜੀਓ ਤਨ ਧਨ ਤੁਮ ਮਨਾ। ਬਸ ਇੱਥੋਂ ਆ ਕੇ ਗੱਲ ਨਹੀਂ ਬਣਦੀ ਜੀ। ਨਾ ਤੇ ਅਸੀਂ ਆਪਣਾ ਜੀਵ ਗੁਰੂ ਪਰਮੇਸ਼ਰ ਅੱਗੇ ਭੇਟ ਕਰਦੇ ਹਾਂ, ਨਾ ਤਨ ਤੇ ਨਾ ਧਨ ਤੇ ਨਾ ਮਨ। ਸੱਚੇ ਪਾਤਸ਼ਾਹ ਕਹਿੰਦੇ ਆ, ਬੇਨਤੀ ਕਰ ਹੇ ਵਾਹਿਗੁਰੂ ਜੀ, ਸਤਿਗੁਰੂ ਜੀ, ਤੂੰ ਸਰਬ ਕਲਾ ਸਮਰੱਥ ਹੈ, ਸਭ ਕੁਝ ਕਰਨ ਦੇ ਯੋਗ ਹੈ ਤੂੰ। ਅਗਾਥ, ਤੇਰਾ ਜਸ ਇੰਨਾ ਵੱਡਾ ਹੈ ਜਿਹੜਾ ਕਦੇ ਮੁੱਕ ਨਹੀਂ ਸਕਦਾ। ਅਪਾਰ, ਤੇਰਾ ਕੋਈ ਅੰਤ ਨਹੀਂ ਪਾ ਸਕਦਾ। ਇਸ ਵਾਸਤੇ ਹੇ ਪੂਰਨ ਪਰਮੇਸ਼ਰ ਵਾਹਿਗੁਰੂ ਜੀ, ਸਤਿਗੁਰੂ ਜੀ, ਆ ਮੇਰਾ ਜੀ, ਤਨ ਤੇ ਧਨ ਤੇ ਇਹ ਮਨ, ਸਭ ਕੁਝ ਮੈਂ ਤੁਹਾਡੇ ਅੱਗੇ ਭੇਟ ਕੀਤਾ ਜੀ। ਮੇਰੇ ਉੱਤੇ ਕਿਰਪਾ ਕਰ ਦਿਓ, ਮੇਰੇ ਉੱਤੇ ਕਿਰਪਾ ਕਰ ਦਿਓ। ਆਪਾਂ ਕਿਰਪਾ ਕਿਸ ਤਰ੍ਹਾਂ ਮੰਨਦੇ ਹਾਂ ਜੀ? ਨੌਜਵਾਨ ਲੜਕੀ ਲਿਲਾਰੀ ਦੀ ਦੁਕਾਨ ਤੇ ਚਲੇਗੀ ਜੀ। ਭਾਈ ਤੇਰੀ ਬੜੀ ਸੋਭਾ ਸੁਣੀ, ਤੇਰਾ ਬੜਾ ਜਸ ਸੁਣਿਆ ਹੈ, ਤੇਰਾ ਰੰਗ ਜਿਸ ਚੁੰਨੀ ਨੂੰ ਲੱਗ ਜਾਵੇ ਨਾ ਡੱਬ ਖੜੱਬਾ ਹੁੰਦਾ ਤੇ ਨਾ ਫਿੱਕਾ ਹੀ ਪੈਂਦਾ ਹੈ। ਮੇਰੀਆਂ ਸਹੇਲੀਆਂ ਨੇ ਦੱਸਿਆ ਵੀ ਰੰਗ ਬੜਾ ਪੱਕਾ ਲਾਉਣ ਦੀ ਤੈਨੂੰ ਜਾਚ, ਮੇਰੀ ਚੁੰਨੀ ਨੂੰ ਰੰਗ ਲਾ ਦੇਂਗਾ? ਉਹਨੇ ਆਖਿਆ ਲਾ ਦਾਂਗਾ। ਕਿੰਨੇ ਪੈਸੇ ਲਾਂਗਾ? ਇੰਨੇ ਪੈਸੇ ਲਵਾਂਗਾ। ਕਿੰਨੇ ਦਿਨਾਂ ਨੂੰ ਦੇਵੇਂਗਾ? ਉਹਨੇ ਆਖਿਆ ਇੰਨੇ ਦਿਨਾਂ ਨੂੰ ਦੇਵਾਂਗਾ। ਹੁਣ ਉਹ ਗੱਲ ਤੇ ਸਾਰੀ ਕਰੀ ਜਾਂਦੀ ਤੇ ਚੁੰਨੀ ਨਹੀਂ ਦਿੰਦੀ ਜੀ ਰੰਗਣ ਵਾਸਤੇ ਜੀ, ਚੁੰਨੀ ਨਹੀਂ ਦਿੰਦੀ। ਬਾਰ-ਬਾਰ ਉਹਨੂੰ ਪੁੱਛੀ ਜਾਂਦੀ ਆ ਕਿੰਨੀ ਤਰੀਕ ਨੂੰ ਦੇਵੇਂਗਾ? ਉਹਨੇ ਆਖਿਆ ਭਲੀ ਲੋਕੇ ਚੁੰਨੀ ਦੇਵੇਂਗੀ ਤੇ ਤਾਂ ਹੀ ਫਿਰ ਮੈਂ ਕੋਈ ਤਰੀਕ ਨਿਸ਼ਚਿਤ ਕਰਾਂਗਾ। ਚੁੰਨੀ ਤੇਰੇ ਸਿਰ ਉੱਤੇ ਆ, ਪੁੱਛੀ ਤੂੰ ਮੈਨੂੰ ਜਾਨੀ ਆ। ਹਾਂਜੀ, ਚੁੰਨੀ ਦੇ, ਮੈਂ ਰੰਗ ਲਾਵਾਂਗਾ, ਫਿਰ ਠੀਕ ਆ, ਤੂੰ ਲੈ ਜੀ। ਇਹੀ ਹਾਲਤ ਹੁਣ ਸਾਡੀ ਹੋਈ ਪਈ ਹੈ। ਅਸੀਂ ਮੰਗਦੇ ਬਹੁਤ ਕੁਝ ਹੈ, ਹਾਂਜੀ, ਪਰ ਇਹ ਸਾਰਾ ਕੁਝ ਜੀ ਤੇ ਮੇਰਾ ਹੀ ਹੈ ਜੀ, ਗੁਰੂ ਦਾ ਨਹੀਂ ਹੈਗਾ। ਮੇਰਾ ਜੀ ਆਹ ਕਰਦਾ, ਮੇਰਾ ਜੀ ਆਹ ਕਰਦਾ, ਮੇਰਾ ਮਨ ਆਹ ਚਾਹੁੰਦਾ, ਮੇਰਾ ਮਨ ਆਹ ਚਾਹੁੰਦਾ। ਬਿਠਾਓ ਸੰਗਤਾਂ ਨੂੰ ਉੱਥੇ ਲਾ ਕੇ, ਆਖੋ ਸਾਰੇ ਗੱਜ ਕੇ ਸ੍ਰੀ ਵਾਹਿਗੁਰੂ, ਫੇਰ ਆਖੋ ਸਾਰੇ ਸ੍ਰੀ ਵਾਹਿਗੁਰੂ। ਅੱਗੇ ਹੋ ਜੋ ਬੀਬੀਓ, ਬਿਠਾਈਏ ਅੱਗੇ ਨੂੰ ਹੋ ਜਾਓ। ਕਿੰਨੀ ਜਗ੍ਹਾ ਹੈਗੀ ਪਿੱਛੇ, ਸਾਰੇ ਬੈਠ ਜਾਣ। ਵੇਖੋ ਮੈਨੂੰ ਕਥਾ ਕਰਦਿਆਂ ਵਿੱਚੋਂ ਤੁਹਾਨੂੰ ਕਹਿਣਾ ਪੈਣ ਡਿਆ, ਜੇ ਤੁਸੀਂ ਇੰਨੀ ਜ਼ਿੰਮੇਵਾਰੀ ਆਪੇ ਸਮਝੋ ਤਾਂ ਕਿੱਡੀ ਚੰਗੀ ਗੱਲ ਆ। ਹੋ ਜਾਓ ਅੱਗੇ, ਬਿਠਾਓ ਸਾਰਿਆਂ ਨੂੰ। ਜਗਦੀਸ਼ ਪੁੱਤਰ ਅੱਗੇ ਹੋ ਜਾਓ। ਹੋਰ ਆਖੋ ਸਾਰੇ ਗੱਜ ਕੇ ਸ੍ਰੀ ਵਾਹਿਗੁਰੂ ਜੀ। ਕਰ ਦਇਆ ਮਇਆ ਗੋਪਾਲ ਗੋਬਿੰਦ, ਕੋਇ ਨਾਹੀ ਤੁਝ ਬਿਨਾ, ਸਮਰੱਥ ਅਗਾਥ ਅਪਾਰ ਪੂਰਨ, ਜੀਓ ਤਨ ਧਨ ਤੁਮ ਮਨਾ। ਆ ਜਿਹੜਾ ਮੇਰਾ ਜੀ ਹੈ, ਹਾਂਜੀ, ਤੇ ਜਿਹੜਾ ਸੱਚੇ ਪਾਤਸ਼ਾਹ ਤੁਸਾਂ ਮੈਨੂੰ ਦਿੱਤਾ ਤਨ, ਤੇ ਤਨ ਨੂੰ ਪਾਲਣ ਵਾਸਤੇ ਤੁਸਾਂ ਦਿੱਤਾ ਧਨ, ਤੇ ਸਾਰੀ ਖੇਡ ਚਲਾਉਣ ਵਾਸਤੇ ਤੁਸਾਂ ਵਿੱਚ ਪਾਇਆ ਮਨ। ਇਹ ਸਾਰਾ ਕੁਝ ਮਹਾਰਾਜ ਮੈਂ ਤੁਹਾਨੂੰ ਭੇਟਾ ਕੀਤਾ ਜੀ। ਮੇਰੇ ਉੱਤੇ ਦਇਆ ਕਰ ਦਿਓ, ਮੇਰੇ ਉੱਤੇ ਮਿਹਰ ਕਰ ਦਿਓ ਸੱਚੇ ਪਾਤਸ਼ਾਹ, ਕਿਰਪਾ ਕਰ ਦਿਓ ਮੇਰੇ ਉੱਤੇ। ਹੁਣ ਅੱਗੇ ਸੁਣੋ, ਇਹ ਸਾਰਾ ਕੁਝ ਕਰਕੇ ਕੋਈ ਬੰਦਾ ਕਿਸੇ ਥਾਂ ਤੇ ਧਨ ਦਿੰਦਾ ਜੀ, ਤੇ ਤੁਹਾਨੂੰ ਪਤਾ ਜੀ ਕਿੰਨੀ ਆਕੜ ਹੁੰਦੀ ਹੈ। ਤਨ ਨਾਲ ਥੋੜ੍ਹੀ ਜਿਹੀ ਸੇਵਾ ਕਰਾਉਂਦਾ, ਕਿੰਨੀ ਬੰਦੇ 'ਚ ਆਕੜ ਹੁੰਦੀ ਹੈ। ਥੋੜ੍ਹਾ ਜਿਹਾ ਗੁਰੂ ਨੂੰ ਜੀ ਦੇ ਦੇਵੇ, ਭਾਵ ਗੁਰੂ ਦੀ ਗੱਲ ਮੰਨ ਲਵੇ, ਫੇਰ ਤੁਸੀਂ ਵੇਖੋ ਕਿੰਨੀ ਆਕੜ ਬੰਦੇ 'ਚ ਵੀ ਮੇਰੇ ਵਰਗਾ ਕੌਣ ਹੈਗਾ, ਮੈਂ ਤਾਂ ਫਲਾਨੀ ਚੀਜ਼ ਦਾ ਵੀ ਤਿਆਗ ਕਰਤਾ, ਫਲਾਨੀ ਚੀਜ਼ ਦਾ ਵੀ ਤਿਆਗ ਕਰ ਦਿੱਤਾ। ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸਾਰਾ ਕੁਝ ਕਰਕੇ ਤੇ ਫਿਰ ਹੋਰ ਕੀ ਕਹਿਣਾ ਜੀ ਅੱਗੇ, ਹੋਰ ਕੀ ਆਖਣਾ ਗੁਰੂ ਪਰਮੇਸ਼ਰ ਦੇ ਅੱਗੇ? ਸੁਣ ਲਓ ਸਾਰੇ ਜਣੇ। ਮੂਰਖ, ਮੁਗਧ, ਅਨਾਥ, ਚੰਚਲ, ਬਲਹੀਣ, ਨੀਚ, ਅਜਾਣਾ। ਆਖੋ ਗੱਜ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਗੁਰੂ ਪਰਮੇਸ਼ਰ ਅੱਗੇ, ਵਾਹਿਗੁਰੂ ਅੱਗੇ ਬੇਨਤੀ ਕਰਨੀ, ਵਾਹਿਗੁਰੂ ਜੀ ਮੈਂ ਮੂਰਖ ਹਾਂ, ਮੈਂ ਮੂਰਖ ਹਾਂ। ਮੁਗਧ ਦਾ ਅਰਥ ਹੁੰਦਾ ਬੇਸਮਝ। ਜਿੰਨਾ ਮਰਜ਼ੀ ਸਮਝਾ ਲਓ,
ਕਦੇ ਸਮਝਣਾ ਨਹੀਂ, ਗੱਲ ਦਾ ਪਤਾ ਹੀ ਨਹੀਂ ਲੱਗਣਾ, ਸਮਝ ਆਉਣੀ। ਉਹਨੂੰ ਮੁਗਧ ਕਹਿੰਦੇ ਜੀ ਬਾਣੀ ਦੇ ਵਿੱਚ ਜੀ। ਮਹਾਰਾਜ ਮੈਂ ਮੂਰਖ ਹਾਂ। ਹਾਂਜੀ, ਆ ਜਿਹੜਾ ਮੂੰਹ ਤੁਸਾਂ ਨਾਮ ਜਪਣ ਵਾਸਤੇ ਦਿੱਤਾ ਨਾ, ਇਹ ਮੈਂ ਗੱਲਾਂ ਵਾਸਤੇ ਰੱਖੀ ਬੈਠਾ ਜੀ। ਇਹ ਮੂੰਹ ਮੈਂ ਸਿਰਫ ਖਾਣ ਵਾਸਤੇ ਰੱਖਿਆ, ਭਜਨ ਕਰਨ ਵਾਸਤੇ। ਮੂਰਖ ਦੇ ਅਰਥ ਸੁਣ ਲਓ ਕਿੰਨੇ ਆ ਜੀ, ਬੜੇ ਅਰਥ ਹੈ ਜੀ। ਹਾਂਜੀ, ਅਤੇ ਇੱਕ ਹੋਰ ਵੀ ਮੂਰਖ ਹੁੰਦੇ ਡਾਕਟਰ ਜੀ, ਹੋਰ ਵੀ ਮੂਰਖ ਹੁੰਦੇ। ਪਤਾ ਕੀ ਆਂਦੇ ਆ? ਕਹਿੰਦੇ ਮੇਰਾ ਜੀਤ ਨਹੀਂ ਸੀ ਕਰਦਾ, ਪਰ ਮੈਂ ਉਹਦਾ ਮੂੰਹ ਰੱਖਣ ਵਾਸਤੇ ਗੱਲ ਕੀਤੀ ਆ। ਆਂਦੇ ਹੁੰਦੇ ਨਾ ਜੀ, ਮੈਂ ਉਹਦਾ ਮੂੰਹ ਰੱਖਣ ਵਾਸਤੇ ਗੱਲ ਕੀਤੀ, ਵੈਸੇ ਮੇਰਾ ਇਰਾਦਾ ਨਹੀਂ ਸੀ ਇਹ ਗੱਲ ਦਾ ਜੀ। ਮੈਂ ਸਹਿਮਤ ਨਹੀਂ, ਉਹਨੂੰ ਵੀ ਮੂਰਖ ਹੀ ਆਂਦੇ ਜੇ। ਜਿਹੜਾ ਕਿਸੇ ਦਾ ਮੂੰਹ ਰੱਖਣ ਵਾਸਤੇ ਝੂਠ ਬੋਲਦਾ ਨਾ ਜੀ, ਉਹ ਵੀ ਮੂਰਖ ਹੀ ਹੁੰਦਾ ਜੇ। ਇਸ ਤਰ੍ਹਾਂ ਦੇ ਮੂਰਖ ਮੇਰਾ ਖਿਆਲ 100 ਚੋਂ 99 ਇਸ ਧਰਤੀ 'ਤੇ ਹੋਣੇ ਜੀ। ਅਤੇ ਜਿਨ੍ਹਾਂ ਖਾਣ ਨੂੰ ਮੁੱਖ ਰੱਖਿਆ, ਮੂੰਹ ਹੀ ਅੱਗੇ ਰੱਖਿਆ, ਜੋ ਗੰਦ ਮੰਦ ਆਉਂਦਾ ਰਗੜੀ ਜਾਣਾ, ਡਾਈ ਜਾਣਾ ਸਾਰਾ ਕੁਝ, ਉਹ ਵੀ ਮੂਰਖ ਹੁੰਦੇ ਜੇ ਜੀ। ਅਤੇ ਜਿਨ੍ਹਾਂ ਨੇ ਨਾ ਬਾਣੀ ਪੜ੍ਹਨੀ, ਨਾ ਵਾਹਿਗੁਰੂ ਵਾਹਿਗੁਰੂ ਬੋਲਣਾ, ਅਤੇ ਗੱਲਾਂ ਕਰਨ ਲੱਗਿਆਂ ਲੜੀਆਂ ਲਾ ਦੇਣੀਆਂ ਜੀ, ਗੱਲ ਟੁੱਟਣ ਨਹੀਂ ਦੇਣੀ। ਉਹਨੂੰ ਕੀ ਆਂਦੇ? ਬੋਲਿਓ ਸਾਰੇ ਜਣੇ, ਬੋਲਦੇ ਹੋ, ਉਹਨੂੰ ਵੀ ਮੂਰਖ ਹੀ ਆਂਦੇ ਆ। ਵੇਖੋ ਬੋਲਦੇ ਨਹੀਂ, ਕਿੱਡੇ ਸਿਆਣੇ ਹੈ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਆਖੋ ਮੈਂ ਮੂਰਖ ਹਾਂ, ਮੈਂ ਮੂਰਖ ਹਾਂ। ਬਾਈਪਾਸ ਨਾ ਕੱਢੋ, ਇਹ ਸਿੱਧੇ ਤੀਰ ਸਾਨੂੰ ਮਾਰੇ ਮਹਾਰਾਜ ਨੇ। ਪਰ ਆਪਾਂ ਬੜੇ ਚਲਾਕ ਹਾਂ, ਆਪਾਂ ਸੱਜੇ ਖੱਬੇ ਕੱਢਦੇ ਨੇ, ਆਪਣੇ 'ਤੇ ਅਸਰ ਨਹੀਂ ਪਾਉਣ ਦਿੰਦੇ ਜੀ। ਹਾਂਜੀ, ਵੇਖੋ ਕਿੱਥੋਂ ਗੱਲ ਸੁਣੀ ਤੁਰੀ ਹੈ ਜੀ। ਪਹਿਲਾਂ ਤਾਂ ਹੱਥ ਜੋੜੋ ਅਤੇ ਕਿਰਪਾ ਮੰਗੋ, ਗੁਰੂ ਅਰਜਨ ਸਾਹਿਬ ਕਹਿੰਦੇ ਜੀ। ਫੇਰ ਮੰਗੋ ਨਾਮ ਦੀ ਦਾਤ, ਫੇਰ ਮੰਗੋ ਮਹਾਰਾਜ ਮੈਂ ਬਾਣੀ ਪੜ੍ਹਿਆ ਕਰਾਂ। ਹਾਂਜੀ, ਹਰ ਜਸ ਗਾਇਆ ਕਰਾਂ, ਮੈਨੂੰ ਭਾਣਾ ਮਿੱਠਾ ਲੱਗੇ। ਹੇ ਵਾਹਿਗੁਰੂ ਜੀ ਮੇਰੇ ਉੱਤੇ ਕਿਰਪਾ ਕਰੋ, ਤੁਸੀਂ ਸਮਰੱਥ ਜੇ, ਤੁਹਾਡਾ ਜਸ ਜਿਹੜਾ ਮੁੱਕਣ ਵਾਲਾ ਨਹੀਂ, ਤੁਹਾਡਾ ਅੰਤ ਨਹੀਂ, ਤੁਸੀਂ ਪੂਰਨ ਹੋ। ਮੇਰੇ ਉੱਤੇ ਦਇਆ ਕਰੋ, ਮਿਹਰ ਕਰੋ ਗੋਪਾਲ ਜੀ, ਗੋਬਿੰਦ ਜੀ, ਤੁਹਾਡੇ ਤੋਂ ਬਿਨਾਂ ਹੋਰ ਕੋਈ ਨਹੀਂ। ਤੁਸੀਂ ਵੱਡੇ ਸਮਰੱਥ ਹੋ, ਵੱਡੇ ਜਸ ਦੇ ਮਾਲਕ ਹੋ, ਕੋਈ ਅੰਤ ਪਾਰਾਵਾਰ ਨਹੀਂ। ਇਹ ਜੀ ਤਨ ਅਤੇ ਧਨ ਅਤੇ ਮਨ ਸਾਰਾ ਕੁਝ ਮਹਾਰਾਜ ਤੁਹਾਡੇ ਅੱਗੇ ਭੇਟ ਹੈ ਜੀ। ਇੰਨਾ ਕੁਝ ਕਰਕੇ ਅਤੇ ਫੇਰ ਕੀ ਕਹਿਣਾ ਵਾ? ਮੂਰਖ ਮੁਗਧ ਅਨਾਥ ਚੰਚਲ, ਮੈਂ ਮੂਰਖ ਹਾਂ, ਮੈਂ ਬੇਸਮਝ ਹਾਂ, ਮੈਂ ਅਨਾਥ ਹਾਂ, ਮੇਰਾ ਕੋਈ ਅੱਗਾ ਪਿੱਛਾ ਨਹੀਂ ਹੈਗਾ, ਕੋਈ ਅੱਗਾ ਪਿੱਛਾ ਨਹੀਂ ਹੈਗਾ। ਇੰਨੀ ਗੱਲ ਕਿਸੇ ਨੂੰ ਕਹਿ ਕੇ ਵੇਖ ਲਓ, ਅਗਲਾ ਗਲ ਪਏਗਾ ਜੀ। ਹਾਂਜੀ, ਕਿਸੇ ਨੂੰ ਕਹਿ ਦਿਓ ਉਹ ਤੇਰਾ ਤਾਂ ਕੋਈ ਅੱਗਾ ਪਿੱਛਾ ਨਹੀਂ ਕਿ ਤੂੰ ਤਾਂ ਖਾਨਾ ਬਦੋਸ਼ ਆ, ਗਲ ਪੈ ਜਾਏਗਾ ਜੀ ਅਗਲਾ ਜੀ। ਹਾਂਜੀ, ਕਿਸੇ ਦੀ ਗੱਲ ਛੱਡੋ, ਆਪ ਕਹਿਣੀ ਇੰਨੀ ਗੱਲ ਜੀ, ਆਪ ਆਖਣਾ ਆਪਣੇ ਵੱਲੋਂ ਮੈਂ ਅਨਾਥ ਹਾਂ, ਮੇਰਾ ਕੋਈ ਅੱਗਾ ਪਿੱਛਾ ਨਹੀਂ, ਕੋਈ ਥਾਂ ਟਿਕਾਣਾ ਨਹੀਂ ਹੈਗਾ। ਮੈਂ ਮੂਰਖ ਹਾਂ, ਮੈਂ ਬੇਸਮਝ ਹਾਂ, ਮੈਂ ਅਨਾਥ ਹਾਂ, ਅਤੇ ਮੈਂ ਚੰਚਲ ਵੀ ਹਾਂ। ਬਿਲਕੁਲ ਮੇਰਾ ਮਨ ਨਹੀਂ ਟਿਕਦਾ, ਨਾ ਮਨ ਅਤੇ ਨਾ ਤਨ ਟਿਕਦੇ ਨਹੀਂ, ਚੰਚਲਤਾ ਹੀ ਚੰਚਲਤਾ, ਚੱਲੀ ਜਾਣਾ, ਭਟਕੀ ਜਾਣਾ ਹਰ ਵੇਲੇ। ਇਹ ਮੇਰੇ ਵਿੱਚ ਔਗਣ ਨੇ, ਸੱਚੇ ਪਾਤਸ਼ਾਹ ਕਹਿੰਦੇ ਮੰਨਣੇ ਆ ਸਾਰੇ, ਇਹ ਸੱਚਾਈ ਹੈ। ਅਤੇ ਅੱਗੇ ਫਿਰ ਕੀ ਆਖਿਆ? ਬਲਹੀਨ, ਮੇਰੇ ਕੋਲ ਕੋਈ ਤਾਕਤ ਨਹੀਂ ਹੈਗੀ, ਕੋਈ ਬਲ ਨਹੀਂ ਹੈਗਾ। ਆਪਾਂ ਫੋਕੇ ਜਿਹੇ ਬਲ ਹੀ ਬਣਾਈ ਫਿਰਦੇ, ਮੈਂ ਆਹ ਕਰ ਸਕਦਾ, ਮੈਂ ਉਹ ਕਰ ਸਕਦਾ, ਕੁਝ ਨਹੀਂ ਹੈਗਾ ਜੀ, ਕੁਝ ਨਹੀਂ ਹੈਗਾ। ਚੌਥੇ ਪਾਤਸ਼ਾਹ ਕਹਿੰਦੇ ਹਰ ਜਪਦਿਆਂ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮੱਤ ਕੇ ਜਾਪੈ ਸਾ ਆਵੇ ਕਿ ਨਾ ਆਵੇ ਰਾਮ। ਕੁਝ ਨਹੀਂ, ਬੰਦੇ ਕੋਲ ਕੋਈ ਤਾਕਤ ਨਹੀਂ ਹੈਗੀ ਜੀ। ਮੂਰਖ ਮੁਗਧ ਅਨਾਥ ਚੰਚਲ ਬਲਹੀਣ ਨੀਚ, ਮੈਂ ਨੀਚ ਹਾਂ, ਨੀਚ। ਨੀਚ ਕਿਹਨੂੰ ਕਹਿੰਦੇ? ਨੀਵੇਂ ਕਰਮ ਕਰਨ ਵਾਲੇ ਨੂੰ ਜੀ, ਬੇਮਰਜ਼ਾਦਾ ਕੰਮ ਕਰਨੇ ਜੀ, ਜਿਹੜੇ ਕੰਮ ਗੁਰੂ ਜੀ ਨੂੰ ਬਿਲਕੁਲ ਨਹੀਂ ਚੰਗੇ ਲੱਗਦੇ ਉਹ ਕਰਨੇ, ਉਹਨੂੰ ਕਹਿੰਦੇ ਨੀਚ ਜੀ। ਕਹਿੰਦੇ ਮਨ, ਗੁਰੂ ਅਰਜਨ ਸਾਹਿਬ ਕਹਿੰਦੇ ਮਨ ਮੈਂ ਨੀਚ ਵੀ ਹਾਂ। ਹਾਂਜੀ, ਅਤੇ ਫਿਰ ਅੱਗੇ ਕੀ ਆਖਿਆ? ਅਜਾਣਾ, ਅਜਾਣਾ, ਮੈਨੂੰ ਕੁਝ ਨਹੀਂ ਆਉਂਦਾ, ਮੈਂ ਅਣਜਾਣ ਹਾਂ, ਅਣਜਾਣ, ਕੋਈ ਮੈਨੂੰ ਸਮਝ ਨਹੀਂ, ਕੋਈ ਪਤਾ ਨਹੀਂ ਹੈਗਾ ਜੀ। ਬੱਚੇ ਨੂੰ ਆਪਾਂ ਕਹਿੰਦੇ ਹਾਂ ਨਾ, ਅਣਜਾਣ ਵਿਚਾਰਾ, ਮੈਂ ਅਣਜਾਣ ਹਾਂ, ਮੈਨੂੰ ਕੋਈ ਸਮਝ ਨਹੀਂ ਹੈਗੀ। ਸੱਚੇ ਪਾਤਸ਼ਾਹ ਕਹਿੰਦੇ ਆ ਹੱਥ ਜੋੜ ਦੇ ਕਰ ਬੇਨਤੀ, ਬਿਨਵੰਤ ਨਾਨਕ ਸ਼ਰਨ ਤੇਰੀ, ਬਿਨਵੰਤ ਨਾਨਕ ਸ਼ਰਨ ਤੇਰੀ। ਹੇ ਸੱਚੇ ਪਾਤਸ਼ਾਹ ਮੇਰੀ ਬੇਨਤੀ ਓ,
मैं हुण जो कुछ हाँ तुहाडे अगे भेट हो गया सच्चे पातशाह, समर्पित हाँ तुहानूं। माड़ा चंगा जिहो जिहा तुहाडा हाँ, बिनवंत नानक सरन तेरी रख लिहो आवन जाना। आ जिहड़ा आउण जाण दा चक्कर इहदे तो मैनूं बचा लो सच्चे पातशाह, बड़ा दुखदाई है, बड़ा दुखदाई है। भगत कबीर जी ब्रह्म ज्ञान की अवस्था विच, ते ब्रह्म ज्ञान की अवस्था वाला जिहड़ा वो सुख दुख तो उपर उठ जाता है, पर कई दुख इहो ਜਿਹੇ ਹੈਗੇ ਉਹਨਾਂ ਬਾਰੇ ਉਹਨਾਂ ने भी तरला लिया। श्री परमेश्वर जी कहने लगे कबीर जी दसो कोई मंग, तुसां मंगिया ही कदे कुछ नहीं गा, कदे मंगिया ही कुछ नहीं। कहने लगे महाराज तुसां कोई कमी नहीं रहन दित्ती। हाँ जी, कहने लगे कोई होर कोई गल। ते भगत कबीर जी हाथ जोड़ के कहंदे एक दुख राम राय कट हो मेरा। ये मेरे रब जी एक दुख जिहड़ा वो बड़ा सताउंदा ते बड़ा डर लगदा, वो कट दिओ। वो किहड़ा अगन दाहे अर गर्भ बसेरा। बार बार जमना, हाँ जी, बार बार जमना ते बार बार मरना। कहने लगे ये दुख बड़ा भयानक है, ये कट दिओ। भगत कबीर जी कहते ने कहत कबीर सुनो रे संत हो, खेत ही करो निबेरा। अब की बार बख्श बंदे को बहुर ना भाव जल फेरा। संगत जी बड़ा बुरा हाल जे, बार बार जमना ते बार बार मरना बहुत ही दुखदाई है। असी अखां मीटियां जिस तरह वो बिल्ली आउंदी ते कबूतर उड्डण की बजाय अखां मीट लैंदा जी, तो बिल्ली ढा लैंदी उहनूं खा जाती है जी। असां अखां मीटियां उस पासे वालों, अखां मीटियां बचा नहीं जी होना, अखां मीटियां नहीं बचिया जाना। आ जिहड़ी जुगत गुरु जी दसदे आ ना, ये साडे भले वास्ते आ। इनू ध्यान नाल पढ़ना सुनना ते मनना, इहदे नाल बचा होना जे साडा, इहदे नाल बचिया जाना है। सतगुरु जी कृपा करन, मेहर करन, बख्शिश करन। गुरु जी की अमृत बाणी जिहड़ी सानू जीवन जुगत सिखा रही है, किस तरह जीवना है ते किस तरह इस जीवन नू सफल करना है, किस तरह मालक नालों विछड़े हैं तो मिलना किस तरह जी, अपने प्रभु परमात्मा दे नाल किस तरह मिलना। ये सतगुरु जी की बाणी समत देंदी है। सतगुरु जी की बाणी दे राही ये सारे मसले हल होने आ। गुरु जी कृपा करन, बख्शिश करन। आप जी सारे बड़े प्यार नाल शब्द सरवण करो, फिर उस तो बाद समा हो जाना है। संगतां ने भोजन प्रशादा छकना। गुरु घर दे कीर्तनी सिख जेड़े जेड़े अजे हाज़री भरन वाले ने, उन्होंने कीर्तन भी करना है। जिन्ना को समा जरूर सुनियो। वेखो किड्डी सोहनी रुत परमेश्वर ने बनाई है जी। मीह पाया परमेश्वर पाया, जी जंत सब सुखी वसाया। वाहिगुरु जी ने मेहर की, किन्ने गर्मी सी, किन्ना साड़ पै रहा सी, ठंड वरती पई चार चफेरे जी। बहुत शुक्र है, धन्नवाद है श्री परमेश्वर वाहिगुरु जी का। आखो सारे गज के श्री वाह, फिर आखो सारे। बिहागड़ा महला पंजवा। कर किरपा गुर पार ब्रह्म पूरे। कर किरपा गुर पार ब्रह्म पूरे। कर किरपा गुर पार ब्रह्म पूरे। कर किरपा पार ब्रह्म पूरे। कर किरपा गुर पार ब्रह्म पूरे। कर किरपा गुर पार ब्रह्म पूरे। कर किरपा गुर पार ब्रह्म पूरे। अन दिन नाम वखाना राम। अन दिन नाम वखाना
ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਆਨ ਦਿਨ ਨਾਮ ਵਖਾਣਾ ਰਾਮ। ਆਨ ਦਿਨ ਨਾਮ ਵਖਾਣਾ ਰਾਮ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਕਰ ਕਿਰਪਾ ਕਰ ਕਿਰਪਾ ਕਰ ਕਿਰਪਾ ਕਰ ਕਿਰਪਾ ਗੁਰ ਪਾਰ ਬ੍ਰਹਮਪੁਰ ਗੁਰ ਪਾਰ ਬ੍ਰਹਮਪੁਰ ਗੁਰ ਪਾਰ ਬ੍ਰਹਮਪੁਰ। ਕਰ ਕਿਰਪਾ ਗੁਰ ਪਾਰ ਬ੍ਰਹਮਪੁਰ। ਕਰ ਕਿਰਪਾ ਗੁਰ ਪਾਰ ਬ੍ਰਹਮਪੁਰ। ਗੱਜ ਕੇ ਬੋਲੋ। ਕਰ ਕਿਰਪਾ ਗੁਰ ਪਾਰ ਬ੍ਰਹਮਪੁਰ। ਕਰ ਕਿਰਪਾ ਗੁਰ ਪਾਰ ਬ੍ਰਹਮਪੁਰ। ਪਾਰ ਬ੍ਰਹਮਪੁਰ। ਅਨ ਦਿਨ ਨਾਮ ਵਖਾਣਾ ਰਾਮ। ਅਨ ਦਿਨ ਨਾਮ ਵਖਾਣਾ ਰਾਮ। ਕਰ ਕਿਰਪਾ ਗੁਰ ਪਾਰ ਬ੍ਰਹਮਪੁਰ। ਕਰ ਕਿਰਪਾ ਗੁਰ ਪਾਰ ਬ੍ਰਹਮਪੁਰ। ਅੰਮ੍ਰਿਤ ਬਾਣੀ ਉਚਰਾ ਹਰ ਜਸ। ਅੰਮ੍ਰਿਤ ਬਾਣੀ ਹਰ ਜਸ। ਅੰਮ੍ਰਿਤ ਬਾਣੀ ਉਚਰਾ ਹਰ ਜਸ। ਅੰਮ੍ਰਿਤ ਬਾਣੀ ਉਚਰਾ ਹਰ ਜਸ। ਅੰਮ੍ਰਿਤ ਬਾਣੀ ਉਚਰਾ ਉਚਰਾ ਉਚਰਾ। ਅੰਮ੍ਰਿਤ ਬਾਣੀ ਉਚਰਾ ਉਚਰਾ ਉਚਰਾ। ਅੰਮ੍ਰਿਤ ਬਾਣੀ ਉਚਰਾ ਹਰ ਜਸ। ਅੰਮ੍ਰਿਤ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ
ਮਿੱਠਾ ਲਾਗੇ ਤੇਰਾ ਭਾਣਾ ਰਾਮ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਕਰ ਕਿਰਪਾ ਆਨ ਦਿਨ ਨਾਮ ਵਖਾਣਾ ਰਾਮ। ਆਨ ਦਿਨ ਨਾਮ ਵਖਾਣਾ ਰਾਮ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਕਰ ਦਇਆ ਮਇਆ ਗੋਪਾਲ ਗੋਬਿੰਦ। ਕਰ ਦਇਆ ਮਇਆ ਕਰ ਦਇਆ ਮਇਆ ਗੋਪਾਲ ਗੋਬਿੰਦ। ਕਰ ਦਇਆ ਗੋਪਾਲ ਗੋਬਿੰਦ। ਕਰ ਦਇਆ ਕਰ ਦਇਆ ਮੈਂ ਗੋਪਾਲ ਗੋਬਿੰਦ। ਕਰ ਦਇਆ ਮੈਂ ਗੋਪਾਲ ਗੋਬਿੰਦ। ਕਰ ਦਇਆ ਕਰ ਦਇਆ ਕਰ ਦਇਆ ਮਇਆ ਗੋਪਾਲ 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 ਗੋਪਾਲ। ਕਰ ਦਇਆ ਮਇਆ ਗੋਪਾਲ ਗੋਬਿੰਦ। ਕਰ ਦਇਆ ਮਇਆ ਕੋਇ ਨਾਹੀਂ ਤੁਝ ਬਿਨਾ। ਕੋਇ ਨਾਹੀਂ ਤੁਝ ਬਿਨਾ। ਕੋਇ ਨਾਹੀਂ ਤੁਝ ਬਿਨਾ। ਕੋਇ ਨਾਹੀਂ ਤੁਝ ਬਿਨਾ। ਸਮਰੱਥ ਅਗਥ ਅਪਾਰ ਪੂਰਨ। ਸਮਰੱਥ ਅਗਥ ਅਪਾਰ ਪੂਰਨ। ਅਪਾਰ ਅਪਾਰ ਪੂਰਨ। ਅਪਾਰ ਪੂਰਨ। ਸਮਰੱਥ ਅਗਥ ਅਪਾਰ ਪੂਰਨ। ਸਮਰੱਥ ਅਗਥ ਜੀਉ ਤਨ ਧਨ ਤੁਮ ਮਨਾ। ਜੀਉ ਤਨ ਧਨ ਤੁਮ ਮਨਾ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ।
ਕਿਰਪਾ ਗੁਰ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ ਰਾਮ ਅਨ ਦਿਨ ਨਾਮ ਵਖਾਣਾ ਰਾਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਮੂਰਖ ਮੁਗਧ ਅਨਾਥ ਚੰਚਲ ਮੂਰਖ ਮੁਗਧ ਅਨਾਥ ਚੰਚਲ ਮੂਰਖ ਮੁਕਤ ਅਨਾਥ ਚੰਚਲ ਮੂਰਖ ਮੁਕਤ ਅਨਾਥ ਅਨਾਥ ਚੰਚਲ ਬਲਹੀਨ ਨੀਚ ਅਜਾਣਾ 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 ਮੂਰਖ ਮੁਗਧ ਅਨਾਥ ਚੰਚਲ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ਬਲਹੀਨ ਨੀਚ ਅਜਾਣਾ ਬਿਨਵੰਤ ਨਾਨਕ ਸਰਣ ਤੇਰੀ ਬਿਨਵੰਤ ਬਿਨਵੰਤ ਨਾਨਕ ਸਰਣ ਤੇਰੀ 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 ਸਰਣ ਸਰਣ ਤੇਰੀ ਬਿਨਵੰਤ ਨਾਨਕ ਸਰਣ ਤੇਰੀ ਬਿਨਵੰਤ ਨਾਨਕ ਰੱਖ ਲੈ ਹੋਇਆ ਵਣ ਜਾਣਾ ਰੱਖ ਲੈ ਹੋਇਆ ਵਣ ਰੱਖ ਲੈ ਹੋਇਆ ਵਣ ਜਾਣਾ ਰੱਖ ਲੈ ਹੋਇਆ ਵਣ ਜਾਣਾ ਰੱਖ ਲੈ ਹੋਇਆ ਵਣ ਜਾਣਾ ਰੱਖ ਲੈ ਮੋਹ ਰੱਖ ਲੈ ਮੋਹ ਰੱਖ ਲੈ ਮੋਹ ਰੱਖ ਲੈ ਮੋਹ ਰੱਖ ਲੈ ਮੋਹ
ਰੱਖ ਲੈਵੋ ਆਵਣ ਜਾਣਾ ਆਵਣ ਜਾਣਾ ਰੱਖ ਲੈ ਹੋਇਆ ਆਵਣ ਜਾਣਾ ਰੱਖ ਲੈ ਹੋਇਆ ਜਾਣਾ ਬਿਨਵੰਤ ਨਾਨਕ ਸਰਣ ਤੇਰੀ ਜਿਉ ਭਾਵੈ ਤਿਉ ਰਾਖ ਲੈ ਹਮ ਸਰਨ ਪ੍ਰਭ ਆਏ RAM ਰਾਧੇ ਹਮ ਭੂਲ ਵਿਗਾੜਹਿ ਦਿਨ ਰਾਤ ਹਰ ਲਾਜ ਰਖਾਏ ਹਮ ਬਾਰਿਕ ਤੂੰ ਗੁਰ ਪਿਤਾ ਹੈ ਹਮ ਬਾਰਿਕ ਹਮ ਬਾਰਿਕ ਤੂੰ ਗੁਰ ਪਿਤਾ ਹੈ 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 ਦੇ ਮਤ ਸਮਝਾਏ ਦੇ ਮਤ ਸਮਝਾਏ ਜਨ ਨਾਨਕ ਦਾਸ ਹਰ ਕੰਡਿਆ ਹਰ ਪੈਜ ਰਖਾਏ ਰੱਖ ਲੈ ਹੋਇਆ ਆਵਣ ਜਾਣਾ ਰੱਖ ਲੈ ਹੋਇਆ ਆਵਣ ਮੇਲ ਲਹੋ ਦਇਆਲ ਤਹਿ ਪੈ ਦੁਆਰਿਆ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਮੇਲ ਲਹੋ ਦਇਆਲ ਟਹਿ ਪੈ ਦੁਆਰਿਆ ਰੱਖ ਲੈ ਉਹ ਦੀਨ ਦਇਆਲ ਪਰਮਤ ਬਹੁ ਹਾਰਿਆ ਰੱਖ ਲੈ ਉਹ ਦੀਨ ਦਇਆਲ रख ले वो दीन दया दीन दयाल रख ले वो दीन दयाल रख ले वो दीन दयाल ਮੇਲ ਲਹੋ ਦਇਆਲ ਟਹਿ ਪੈ ਦੁਆਰਿਆ ਰੱਖ ਲੈ ਉਹ ਦੀਨ ਦਇਆਲ ਪਰਮਤ ਬਹੁ ਹਾਰਿਆ ਭਗਤ ਵਛਲ ਤੇਰਾ ਬਿਰਦ ਹਰ ਪਤ ਤੇ ਉਧਾਰਿਆ ਤੁਝ ਬਿਨ ਨਾਹੀ ਕੋਏ ਬਿਨੋ ਮੋਹਿ ਸਾਰਿਆ ਕਰ ਗਹਿ ਲਿਓ ਦਇਆਲ ਸਾਗਰ ਸੰਸਾਰਿਆ ਕਰ ਗਹਿ ਲਿਓ ਦਇਆਲ ਸਾਗਰ ਸੰਸਾਰਿਆ ਕਰ ਗਹਿ ਲਿਓ ਦਇਆਲ ਸਾਗਰ ਸੰਸਾਰਿਆ ਹਮ ਡੋਲਤ ਬੇੜੀ ਪਾਪ ਭਰੀ ਹੈ ਹਮ ਡੋਲਤ ਬੇੜੀ ਪਾਪ ਭਰੀ ਹੈ ਪਵਨ ਲਗੈ ਮਤ ਜਾਈ ਸਨਮੁਖ ਸਿਧ ਭੇਟਨ ਕੋ ਆਏ ਨਿਹਚੋ ਦੇ ਵਡਿਆਈ ਗੁਰ ਤਾਰ ਤਾਰਨ ਹਾਰਿਆ 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 ਲੋਭ ਲਹਿਰਿਅਤ ਨੀਜਰ ਬਾਜੈ ਕਾਇਆ ਡੂਬੈ ਕੇਸਵਾ
ਲੋਭ ਲਹਿਰ ਅਤ ਨੀਜਰ ਬਾਜੈ ਕਾਇਆ ਡੂਬੈ ਕੇਸਵਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਤਾਰ ਲੈ ਬਾਪ ਬੀਠਲਾ ਤਾਰ ਲੈ ਬਾਪ ਬੀਠਲਾ ਤਾਰ ਤਾਰਨ ਹਾਰਿਆ ਗੁਰ ਤਾਰ ਤਾਰਨ ਹਾਰਿਆ ਗੁਰ ਤਾਰ ਤਾਰਨ ਹਾਰਿਆ ਗੁਰ ਤਾਰ ਤਾਰਨ ਹਾਰਿਆ ਦੇਹ ਭਗਤ ਪੂਰਨ ਅਬਿਨਾਸੀ ਹਉ ਤੁਝ ਕੋ ਬਲਿਹਾਰਿਆ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨ ਧਿਆਇਆ ਪਰਸਤ ਪੈਰ ਸਿੱਧਤ ਦੇ ਸੁਆਮੀ ਅੱਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨ ਜਾਣਾ ਨਾਮ ਜਪੀ ਪ੍ਰਭ ਤੇਰਾ ਜਪ ਤਪ ਸੰਜਮ ਕਰਮ ਨ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਭੇਟਿਓ ਗੁਰ ਪਰਮੇਸ਼ਰ ਨਾਨਕ ਭੇਟਿਓ ਸਾਚੈ ਸ਼ਬਦ ਨਿਬੇਰਾ ਸਾਚੈ ਸ਼ਬਦ ਨਿਬੇਰਾ ਸਾਚੈ ਸ਼ਬਦ ਨਿਬੇਰਾ ਬਿਨਵੰਤ ਨਾਨਕ ਸਰਣ ਤੇਰੀ ਬਿਨਵੰਤ ਨਾਨਕ ਸਰਨ ਤੇਰੀ ਬਿਨਵੰਤ ਨਾਨਕ ਸਰਣ ਤੇਰੀ ਬਿਨਵੰਤ ਨਾਨਕ ਸਰਣ ਤੇਰੀ ਰੱਖ ਲੈ ਹੋਇਆ ਵਣ ਜਾਣਾ 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 ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ 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 ਅਨ ਦਿਨ ਨਾਮ ਵਖਾਣਾ ਰਾਮ ਅਨ ਦਿਨ ਨਾਮ ਵਖਾਣਾ ਰਾਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਕਰ ਕਿਰਪਾ ਪਾਰ ਬ੍ਰਹਮ ਪੂਰੇ ਅੰਮ੍ਰਿਤ ਬਾਣੀ ਉਚਰਾ ਹਰ ਜਸ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੈ ਤੇਰਾ ਭਾਣਾ ਰਾਮ ਮਿੱਠਾ ਲਾਗੈ ਤੇਰਾ ਭਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੈ ਤੇਰਾ ਭਾਣਾ ਰਾਮ ਮਿੱਠਾ ਲਾਗੈ ਤੇਰਾ ਭਾਣਾ ਰਾਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ ਰਾਮ ਅਨ ਦਿਨ ਨਾਮ ਵਖਾਣਾ ਰਾਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਕਰ ਕਿਰਪਾ ਗੁਰ ਪਾਰ ਕਰ ਕਰ ਕਿਰਪਾ ਗੁਰ ਪਾਰ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰ ਕਰ ਕਿਰਪਾ ਗੁਰ ਬ੍ਰਹਮ ਪੂਰੇ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰ ਕਰ ਕਿਰਪਾ ਗੁਰ ਪਾਰ ਬ੍ਰਹਮ ਪਾਰ ਬ੍ਰਹਮ ਕਿਰਪਾ ਗੁਰ ਪਾਰ ਬ੍ਰਹਮ ਕਰ ਕਿਰਪਾ ਗੁਰ ਪਾਰ ਬ੍ਰਹਮ ਪਾਰ ਬ੍ਰਹਮ ਕਰ ਕਿਰਪਾ ਗੁਰ ਪਾਰ ਬ੍ਰਹਮ
ਗੁਰ ਪਾਰ ਬ੍ਰਹਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੈ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਕਰ ਕਿਰਪਾ ਕਰ ਕਿਰਪਾ ਗੁਰ ਪਾਰ ਕਰ ਕਿਰਪਾ ਗੁਰ ਕਿਰਪਾ ਕਰ ਕਿਰਪਾ ਗੁਰ ਪਾਰ ਬ੍ਰਹਮ ਕਿਰਪਾ ਕਿਰਪਾ ਕਰ ਕਿਰਪਾ ਗੁਰ ਪਾਰ ਬ੍ਰਹਮ 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 ਪੂਰੇ ਅਨ ਦਿਨ ਨਾਮ ਵਖਾਣਾ ਰਾਮ ਅਨ ਦਿਨ ਨਾਮ ਵਖਾਣਾ ਰਾਮ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਕਰ ਕਿਰਪਾ ਗੁਰ ਪਾਰ ਬ੍ਰਹਮ ਕਰ ਕਿਰਪਾ ਕਰ ਕਿਰਪਾ ਕਰ ਕਿਰਪਾ ਇਹ ਸਤਿਗੁਰੂ ਜੀ ਦਾ ਮੁੱਖ ਵਾਕ ਹੈ। ਸਾਡੇ ਭਲੇ ਵਾਸਤੇ ਗੁਰੂ ਜੀ ਨੇ ਸਾਨੂੰ ਸਮੱਤ ਦਿੱਤੀ ਹੈ, ਸਮਝਾਇਆ ਹੈ ਭਾਈ ਇਹ ਜ਼ਿੰਦਗੀ ਦਾ ਸਮਾਂ ਜੇ ਸਫਲਾ ਕਰਨਾ ਜੇ ਤੇ ਆਹ ਤਰੀਕਾ ਜੇ। ਇਸ ਤਰ੍ਹਾਂ ਗੁਰੂ ਪਰਮੇਸ਼ਰ ਅੱਗੇ ਬੇਨਤੀ ਕਰਿਆ ਕਰੋ, ਹੇ ਵਾਹਿਗੁਰੂ ਜੀ ਮੇਰੇ ਉੱਤੇ ਕਿਰਪਾ ਕਰੋ, ਸਾਡੇ ਉੱਤੇ ਕਿਰਪਾ ਕਰੋ, ਭਾਵ ਮੇਰੇ ਪਰਿਵਾਰ ਤੇ ਸੰਗਤ ਦੇ ਉੱਤੇ ਕਿਰਪਾ ਕਰੋ। ਹੈ ਮੇਰੇ ਵਾਹਿਗੁਰੂ ਜੀ ਪਰਮੇਸ਼ਰ ਜੀ ਕਿਹੜੀ ਕਿਰਪਾ, ਮੈਂ ਦਿਨ ਰਾਤ ਹੀ ਨਾਮ ਜਪਿਆ ਕਰਾਂ ਜੀ, ਬੋਲਿਆ ਕਰਾਂ ਦਿਨ ਰਾਤ ਵਾਹਿਗੁਰੂ 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 ਵਾਹਿਗੁਰੂ। ਤੇ ਮਹਾਰਾਜ ਹੋਰ ਕਿਰਪਾ ਕਰੋ, ਹੋਰ ਕਿਰਪਾ ਕਰੋ। ਕਿਹੜੀ, ਮੈਂ ਆਪ ਜੀ ਦੀ ਅੰਮ੍ਰਿਤ ਬਾਣੀ ਪੜ੍ਹਿਆ ਕਰਾਂ, ਗਾਇਆ ਕਰਾਂ ਜੀ, ਆਪ ਜੀ ਦੀ ਬਾਣੀ ਦਾ ਗਾਇਨ ਕਰਿਆ ਕਰਾਂ, ਇਹ ਵੀ ਮੇਰੇ ਉੱਤੇ ਕਿਰਪਾ ਕਰੋ। ਹਾਂਜੀ, ਤੇ ਨਾਮ ਜਪਦਿਆਂ ਸੰਸਾਰ ਵਿੱਚ ਰਹਿੰਦਿਆਂ ਕਥਾ ਕੀਰਤਨ ਕਰਦਿਆਂ ਨਾ ਜੀ ਆਦਮੀ ਆਪਣਾ ਸੁਭਾਅ ਨਹੀਂ ਛੱਡਦਾ ਜੀ, ਆਪਣੀ ਮਰਜ਼ੀ ਨਹੀਂ ਛੱਡਦਾ ਜੀ। ਤਕਰੀਬਨ ਬੰਦੇ ਦੀ ਜਨਮਾਂ ਜਨਮਾਂ ਤੋਂ ਇਹ ਆਦਤ ਬਣੀ ਪਈ ਆ, ਇਹ ਵਿਗੜੀ ਹੋਈ ਆਦਤ ਹੈ ਮਨੁੱਖ ਦੀ। ਹਾਂਜੀ, ਇਹ ਕਹਿੰਦੇ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਫਿਰ ਇਹ ਵੀ ਕਹੇ ਵਾਹਿਗੁਰੂ ਜੀ ਮੇਰੇ ਉੱਤੇ ਕਿਰਪਾ ਕਰੋ, ਮਿੱਠਾ ਲਾਗੇ ਤੇਰਾ ਭਾਣਾ ਰਾਮ। ਭਾਣਾ ਅਸੀਂ ਇੱਕੇ ਗੱਲ ਨੂੰ ਸਮਝ ਲਿਆ ਜੀ, ਵੀ ਜਦੋਂ ਕੋਈ ਮਰ ਜਾਂਦਾ ਨਾ ਜੀ ਕਹਿੰਦੇ ਜੀ ਇਹ ਭਾਣਾ ਜੀ, ਨਹੀਂ ਨਹੀਂ ਜੰਮਣਾ ਵੀ ਭਾਣਾ ਹੀ ਜੇ। ਹਾਂਜੀ, ਸਾਰਾ ਕੰਮ ਭਾਣਾ ਹੀ ਹੈ ਜੀ, ਜੋ ਕੁਝ ਹੈਗਾ ਜੀ। ਹਾਂਜੀ, ਜਾਂ ਤਿਸ ਭਾਣਾ ਤਾਂ ਜੰਮਿਆ, ਪਰ ਜਦੋਂ ਕੋਈ ਜੰਮਦਾ ਕੋਈ ਆਂਦਾ ਨਹੀਂ ਵੀ ਭਾਣਾ ਹੋਇਆ ਜੀ, ਕੋਈ ਨਹੀਂ ਆਂਦਾ ਜੀ, ਕੋਈ ਨਹੀਂ ਆਂਦਾ ਜਾ ਕੇ ਤੇ ਬੜਾ ਵੱਡਾ ਭਾਣਾ ਵਰਤਿਆ ਤੁਹਾਡੇ ਘਰ ਮੁੰਡਾ ਜੰਮਿਆ ਜੀ, ਕੋਈ ਵੀ ਨਹੀਂ ਆਂਦਾ ਜੀ। ਜੇ ਕੋਈ ਕਹਿ ਦੇ ਤੇ ਮੈਂ ਆਖਿਆ ਸੁੱਕਾ ਨਹੀਂ ਜਾਊਗਾ ਉਹਨਾਂ ਦੇ ਘਰੋਂ। ਹਾਂਜੀ, ਉਹਨਾਂ ਆਖਣਾ ਇਹਨੂੰ ਪਾਣੀ ਦੀ ਘੁੱਟ ਨਾ ਪੁੱਛੇ, ਉਹਨੂੰ ਤੋਰ ਦਿਓ ਦਵਾ ਦਾ, ਆਂਦਾ ਭਾਣਾ ਹੋਇਆ ਹੈ। ਬੇਸਮਝੀ ਮੂਰਖਤਾਈ ਬੰਦੇ ਦੀ, ਜਨਮ ਵੀ ਭਾਣੇ 'ਚ ਹੁੰਦਾ ਜੀ, ਜਨਮ ਵੀ ਭਾਣੇ 'ਚ ਹੁੰਦਾ, ਜੀਵਨ ਵੀ ਭਾਣੇ 'ਚ ਹੁੰਦਾ, ਵਿਆਹ ਸ਼ਾਦੀ ਵੀ ਭਾਣੇ 'ਚ ਹੁੰਦੀ ਹੈ, ਸੰਜੋਗ ਵਿਜੋਗ ਵੀ ਭਾਣੇ 'ਚ ਹੈਗਾ, ਤੇ ਮਰਨ ਵੀ ਭਾਣੇ 'ਚ ਹੈਗਾ। ਭਾਵ ਉਹਨੂੰ ਜੋ ਭਾਵਦਾ ਹੈ, ਜੋ ਚੰਗਾ ਲੱਗਦਾ ਉਹ ਹੋ ਰਿਹਾ ਜੀ, ਤੇ ਹੋਣਾ ਵੀ ਉਹੀ ਹੈ ਜੋ ਕਰਤੇ ਪੁਰਖ ਨੂੰ ਭਾਵਦਾ ਏ। ਹਾਂਜੀ, ਜਿਹੜਾ ਸਤ ਕਰਕੇ ਮੰਨ ਲੈਂਦਾ ਉਹ ਸੁੱਖ ਪਾਉਂਦਾ ਏ, ਜਿਹੜਾ ਨਹੀਂ ਮੰਨਦਾ ਉਹ ਦੁਖੀ ਹੁੰਦਾ ਜੀ। ਇਸ ਲਈ ਸੱਚੇ ਪਾਤਸ਼ਾਹ ਕਹਿੰਦੇ ਭਾਈ ਪੁਰਖਾ ਜਿੱਥੇ ਤੂੰ ਨਾਮ ਜਪਣਾ ਦਿਨ ਰਾਤ, ਜਿੱਥੇ ਤੂੰ ਅੱਠੇ ਪਹਿਰ ਦਿਨ ਰਾਤ ਬਾਣੀ ਪੜ੍ਹਨੀ ਹੈ, ਉਥੇ ਇਹਦੀ ਸਫਲਤਾ ਵਾਸਤੇ ਇਹ ਕੀਤਾ ਸਾਰਾ ਕੁਝ ਤੇਰਾ ਸਫਲ ਹੋ ਜਾਵੇ, ਇਹ ਵੀ ਮੰਗ ਮਿੱਠਾ ਲਾਗੇ ਤੇਰਾ ਭਾਣਾ ਰਾਮ। ਜਿਉਂਦੀ ਜਾਗਦੀ ਜਾਣੇ ਬੰਦੇ ਦੀ ਸਿਹਤ ਵੀ ਢਿੱਲੀ ਹੋਣੀ ਹੈ ਜੀ, ਗਰੀਬੀ ਅਮੀਰੀ ਵੀ ਆਉਣੀ ਹੈ, ਕਈ ਤਰ੍ਹਾਂ ਦੇ ਸਮੇਂ ਜ਼ਿੰਦਗੀ ਵਿੱਚ ਆਉਣੇ ਆ, ਤੇ ਜੇ ਆਦਮੀ ਉਹਨਾਂ ਵਿੱਚ ਉਲਝ ਗਿਆ ਹਾਂਜੀ ਤੇ ਪਛੜ ਗਿਆ ਜੀ।
ਉਹਨਾਂ 'ਚ ਉਲਝ ਗਿਆ ਤੇ ਪਛੜ ਗਿਆ। ਇਸ ਵਾਸਤੇ ਮਹਾਰਾਜ ਸਮੱਤ ਦਿੰਦੇ ਵੀ ਇਹ ਵੀ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ ਮਿਹਰ ਕਰਨ। ਹਾਂਜੀ, ਗੁਰੂ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ, ਪਰ ਅਸੀਂ ਵੀ ਬੜੇ ਵੱਡੇ ਢੀਠ ਹੈਗੇ ਹਾਂ ਜੀ, ਅਸੀਂ ਬੜੇ ਵੱਡੇ ਢੀਠ ਹਾਂ। ਕਸਰ ਮਹਾਰਾਜ ਨੇ ਵੀ ਨਹੀਂ ਛੱਡੀ ਸਮਝਾਉਣ ਵੱਲੋਂ, ਸਮੱਤ ਦੇਣ ਵੱਲੋਂ। ਫਿਰ ਉਹਦਾ ਫਲ ਵੀ ਮਹਾਰਾਜ ਨੇ ਨਾਲ ਨਾਲ ਹੀ ਦੱਸਿਆ ਜੇ, ਫਲ ਵੀ ਨਾਲ ਨਾਲ ਦੱਸਿਆ ਵੀ ਤੁਸੀਂ ਇਸ ਤਰ੍ਹਾਂ ਕਰੋ ਤੇ ਇਸ ਤਰ੍ਹਾਂ ਹੋਏਗਾ ਜੀ। ਹਾਂਜੀ, ਕਿੱਡਾ ਵੱਡਾ ਫਲ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਦੱਸਿਆ। ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ। ਹਾਂਜੀ, ਜਿਹੜੇ ਪ੍ਰਭੂ ਦਾ ਸਿਮਰਨ ਕਰਨਗੇ ਘਣੇ ਆਨੰਦ ਉਹਨਾਂ ਨੂੰ ਪ੍ਰਾਪਤ ਹੋਣਗੇ, ਤੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਰਹਿਣਗੇ ਰੱਬ ਦੇ ਬੜੇ ਨੇੜੇ ਹੋ ਜਾਣਗੇ ਜੀ, ਬਹੁਤ ਨੇੜੇ ਪਰਮੇਸ਼ਰ ਦੇ ਹੋ ਜਾਣਗੇ ਜੀ। ਹਾਂਜੀ, ਪਰ ਨਾਲ ਫਿਰ ਮਹਾਰਾਜ ਨੇ ਇਹ ਵੀ ਗੱਲ ਦੱਸ ਦਿੱਤੀ ਵੀ ਸੰਤ ਕਿਰਪਾ ਤੇ ਪ੍ਰਭ ਕੇ ਸਿਮਰਨ ਆਨੰਦ ਘਨੇਰੇ, ਪ੍ਰਭ ਕੇ ਸਿਮਰਨ ਬਸੇ ਹਰ ਨੇਰੇ। ਸੰਤ ਕਿਰਪਾ ਤੇ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੇ ਕਿਸੇ ਨਾਮ ਰਸੀਏ ਮਹਾਂਪੁਰਖ ਦੀ ਸੰਗਤ ਹੋ ਜਾਏ ਤੇ ਦਿਨ ਰਾਤ ਜਾਗਣਾ ਔਖਾ ਨਹੀਂ ਜਾਏਗਾ ਜੀ। ਸੰਤ ਕਿਰਪਾ ਤੇ ਦਿਨ ਜਾਗ, ਇੱਥੇ ਵੀ ਦਿਨ ਦੀ ਗੱਲ ਹੈ ਨਾ ਜੀ। ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ, ਦਿਨ ਨਾਮ ਵਿਖਾਣਾ ਰਾਮ। ਤੇ ਬੰਦਾ ਸੋਚੇਗਾ ਵੀ ਦੱਸੋ ਅੱਠੇ ਪੈਰ ਤੇ ਬੜਾ ਔਖਾ ਜਿਹਾ ਕੰਮ ਹੈਗਾ ਜੀ। ਹਾਂਜੀ, ਅੱਠੇ ਪੈਰ ਤੇ ਔਖਾ ਕੰਮ ਆ, ਘੰਟਾ 2 ਘੰਟੇ ਲਾਉਣੇ ਬੜੇ ਔਖੇ ਆ, ਤੇ ਮਹਾਰਾਜ 8 ਪੈਰ ਕਹਿੰਦੇ ਆ। ਮਹਾਰਾਜ ਕਹਿੰਦੇ ਕਿਸੇ ਚੰਗੇ ਸੰਤ ਦੇ ਕੋਲ ਚਲ ਜਾ, ਇਹ ਵੀ ਮਸਲਾ ਤੇਰਾ ਹੱਲ ਹੋ ਜਾਏਗਾ ਜੀ। ਦਿਨ ਰਾਤ ਜਾਗਣ ਦਾ ਆਨੰਦ ਹੀ ਬਣਿਆ ਰਹੇਗਾ। ਮੈਂ ਤੁਹਾਨੂੰ ਕਿੰਨੀ ਵਾਰ ਦੱਸਿਆ, ਮੈਂ ਨਿੱਕਾ ਜਿਹਾ ਸੀ 7-8 ਸਾਲ ਦਾ, ਤੇ ਵੇਖੋ ਸੰਤਾਂ ਦਾ ਪ੍ਰਤਾਪ, 23 ਘੰਟੇ ਹੀ ਜਾਗ ਲੈਂਦੇ ਸੀ ਜੀ। ਉਦੋਂ 23 ਘੰਟੇ ਜਾਗ, ਚਾਅ ਨਾਲ ਹੀ ਜੀ, ਚਾਅ ਨਾਲ ਹੀ। ਇਹਨੇ ਵੀ ਬੜੇ ਭਜਨੀਕ ਸਾਂ ਤੇ ਬੜੇ ਅਭਿਆਸੀ ਹਾਂ, ਸਹਿਜ ਸੁਭਾਅ ਜੀ। ਉਹਨਾਂ ਦਾ ਪ੍ਰਤਾਪ, ਉਹਨਾਂ ਦੀ ਬੰਦਗੀ, ਉਹਨਾਂ ਦਾ ਭਜਨ, ਉਹਨਾਂ ਦੀ ਸ਼ਕਤੀ, ਚਾਅ ਨਾਲ ਹੀ ਜਾਗਦੇ ਰਹਿਣਾ ਜੀ। ਹਾਂਜੀ, ਤੁਹਾਡੀ ਜ਼ਿੰਦਗੀ 'ਚ ਵੀ ਕਿਤੇ ਕਿਤੇ ਇਸ ਤਰ੍ਹਾਂ ਦਾ ਸਮਾਂ ਆਉਂਦਾ ਜਦੋਂ ਤੁਹਾਡੇ ਘਰ ਕੋਈ ਖੁਸ਼ੀ ਦਾ ਮਾਹੌਲ ਹੁੰਦਾ, ਮੁੰਡੇ ਕੁੜੀ ਦਾ ਵਿਆਹ ਹੁੰਦਾ, ਕੋਈ ਜ਼ਰੂਰੀ ਕੰਮ ਹੁੰਦਾ ਜੀ। ਹਾਂਜੀ, ਅੱਜ ਜਿੱਦਣ ਕਿਤੇ ਕੋਈ ਟਿਕਟ ਕਟਾਈ ਹੋਵੇ ਅਮਰੀਕਾ ਕੈਨੇਡਾ ਦੀ, ਤੇ ਰਾਤ 1 ਵਜੇ ਜਹਾਜ਼ 'ਤੇ ਬੈਠਣਾ ਵੀ ਨੀਂਦ ਆਉਂਦੀ ਆ ਜੀ। ਹਾਂਜੀ, ਸਮਾਨ ਇਕੱਠਾ ਕਰਦੇ ਆ, ਸਮਾਨ ਬੰਨ੍ਹਦੇ, ਪਤਾ ਹੀ ਨਹੀਂ, ਬੰਦਾ ਬੜੀ ਕਾਹਲੀ ਕਰਦਾ ਤੇ 1 ਵਜੇ ਵਾਲਾ ਹੋ ਜਾਂਦਾ ਜੀ। ਉਦੋਂ ਨੀਂਦ ਕਿਉਂ ਨਹੀਂ ਆਉਂਦੀ ਜੀ? ਮੈਂ ਉਦੋਂ ਕੋ ਜਾਗਦਾ ਰਹਿੰਦਾ ਜੀ। ਹਾਂਜੀ, ਮਨੁੱਖ ਬੇਧਿਆਨਾ ਤੇ ਔਖਾ ਲੱਗਦਾ ਕੰਮ। ਤੁਹਾਡੀ ਜ਼ਿੰਦਗੀ ਵਿੱਚ ਵੀ ਇਸ ਤਰ੍ਹਾਂ ਦੇ ਸਮੇਂ ਆਉਂਦੇ ਰਹਿੰਦੇ ਆ ਜਦੋਂ ਨੀਂਦ ਦਾ ਪਤਾ ਹੀ ਨਹੀਂ ਲੱਗਦਾ ਜੀ। ਹਾਂਜੀ, ਕਈ ਦਿਨ ਜਾਗਦੇ ਲੰਘ ਜਾਂਦੇ ਤੇ ਥਕੇਵਾਂ ਵੀ ਕੋਈ ਨਹੀਂ ਹੁੰਦਾ ਜੀ। ਹਾਂਜੀ, ਉਹ ਚਾਅ ਚੜ੍ਹੇ ਹੁੰਦੇ ਆ, ਸੰਤਾਂ ਦੇ ਕੋਲ ਜਾ ਕੇ ਚਾਅ ਚੜ੍ਹ ਜਾਂਦਾ ਜੀ। ਹਾਂਜੀ, ਤੇ ਜਦੋਂ ਕੋਈ ਨਿਮਰਤਾ ਦੇ ਨਾਲ ਉਹਨਾਂ ਦੀ ਸੰਗਤ ਕਰਦਾ ਫਿਰ ਕੀ ਹੁੰਦਾ? ਸੰਤ ਕਿਰਪਾ ਤੇ ਦਿਨ ਜਾਗ, ਪਰ ਨਾਲ ਮਾਰੇ ਕਹਿੰਦੇ ਨਾਨਕ ਸਿਮਰਨ ਪੂਰੇ ਭਾਗ। ਭਾਗ ਵੀ ਸਾਥ ਦੇਣ ਤੇ ਤਾਂ ਹੀ ਹੈ ਨਾ ਜੀ। ਸਤਿਗੁਰੂ ਜੀ ਕਿਰਪਾ ਕਰਨ। ਬਸ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਹੱਲ ਆ ਨਾ ਜੀ, ਉਹ ਅਰਦਾਸ ਜੀ। ਅਰਦਾਸ ਬੇਨਤੀ ਟਾਈਮ ਦੱਸੋ। ਅਰਦਾਸ ਬੇਨਤੀ ਹੈ, ਬਸ ਅਰਦਾਸ ਕਰਦੇ ਰਹਿਣਾ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ, ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ, ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ। ਮਹਾਰਾਜ ਮੇਰੇ ਹਿਰਦੇ ਵਿੱਚ ਨਾਮ ਦਾ ਨਿਵਾਸ ਕਰ ਦਿਓ, ਤੇ ਦਿਨ ਰਾਤ ਮੈਂ ਗੁਣ ਗਾਉਂਦਾ ਰਹਾਂ, ਬਾਣੀ ਪੜ੍ਹਦਾ ਰਹਾਂ। ਹਾਂਜੀ, ਸੱਚੇ ਪਾਤਸ਼ਾਹ ਮਿਹਰ ਕਰਨ, ਸੰਗਤਾਂ ਦਾ ਆਇਆ ਸਫਲਾ ਹੋਵੇ, ਤੇ ਇਹ ਚੇਤੇ ਰੱਖੇ ਪੂਰਾ। ਕਰ ਕਿਰਪਾ ਗੁਰ ਪਾਰ ਬ੍ਰਹਮ ਸੁਆਮੀ, ਦਿਨ ਨਾਮ ਵਖਾਣਾ ਰਾਮ, ਅੰਮ੍ਰਿਤ ਬਾਣੀ ਉਚਰਾ ਹਰ ਜਸ, ਮਿੱਠਾ ਲਾਗੇ ਤੇਰਾ ਭਾਣਾ ਰਾਮ। ਸੰਗਤ ਜੀ, ਤੁਸੀਂ ਸਾਰਿਆਂ ਪ੍ਰਸ਼ਾਦਾ ਛਕਣਾ ਹੈ, ਇਸ ਵਾਸਤੇ ਥੋੜ੍ਹਾ ਜਿਹਾ ਟਾਈਮ ਦਾ ਧਿਆਨ ਤੇ ਰੱਖਣਾ ਹੀ ਪੈਣਾ ਜੀ। ਹਾਂਜੀ, ਜੇ ਮੈਂ ਧਿਆਨ ਨਾ ਰੱਖਿਆ ਫਿਰ ਤੁਸੀਂ ਵੀ ਥੋੜ੍ਹਾ ਜਿਹਾ ਆਖਣਾ ਵੀ ਵੇਖੋ ਵੀ ਅਸੀਂ ਤਾਂ ਟਾਈਮ ਨਾਲ ਆਉਂਦੇ ਤੇ ਭਾਈ ਹਟਦਾ ਹੀ ਨਹੀਂਗਾ। ਹਾਂਜੀ, ਤੇ ਗੁਰੂ ਜੀ ਕਿਰਪਾ ਕਰਨ, ਤੁਹਾਡਾ ਆਇਆ ਸਫਲਾ ਕਰਨ। ਲੰਗਰ ਪਾਣੀ ਪ੍ਰਸ਼ਾਦੇ ਤਿਆਰ ਨੇ, ਤੇ ਬਹੁਤ ਸੁੰਦਰ ਕੀਰਤਨ ਕਰਨ ਵਾਲੇ ਜਥੇ ਮਹਾਰਾਜ ਦੀ ਹਾਜ਼ਰੀ ਵਿੱਚ ਵੀ ਬੈਠੇ ਨੇ। ਉਹਨਾਂ ਤੁਹਾਨੂੰ ਮਹਾਰਾਜ ਦਾ ਕੀਰਤਨ ਸੁਣਾਉਣਾ ਹੈ। ਸਹਿਜੇ ਵਾਰੀ ਗੱਫਾ ਛਕੀ ਚੱਲੀਏ। ਜਿਨ੍ਹਾਂ ਨੇ ਜਾਣਾ ਉਹ ਗੁਰੂ ਸਾਹਿਬ ਕੋਲੋਂ ਖੁਸ਼ੀ ਲੈ ਕੇ ਘਰਾਂ ਨੂੰ ਚਲੇ ਜਾਣ ਪ੍ਰਸ਼ਾਦਾ ਛਕ ਕੇ, ਤੇ ਜਿਨ੍ਹਾਂ ਨੇ ਗੁਰੂ ਮਹਾਰਾਜ ਦੀ ਗੁਰਬਾਣੀ ਦਾ ਕੀਰਤਨ ਆਨੰਦ ਮਾਣਨਾ ਕੀਰਤਨ ਦਾ, ਤੇ ਉਹ ਪ੍ਰਸ਼ਾਦਾ ਪਾਣੀ ਛਕ ਕੇ ਫੇਰ ਆ ਜਾਓ, ਬਹਿ ਜਾਓ ਤੇ ਗੁਰਬਾਣੀ ਕੀਰਤਨ ਸੁਣੋ। ਸੱਚੇ ਪਾਤਸ਼ਾਹ ਕਿਰਪਾ ਕਰਨ। ਇੱਕ ਸ਼ਬਦ ਪੜ੍ਹ ਲਈਏ ਜੀ ਹੋਰ ਜੀ ਮਹਾਰਾਜ ਜੀ, ਜੇ ਸੰਗਤ ਆਗਿਆ ਦੂਰ ਤੇ। ਹਾਂਜੀ, ਨਹੀਂ ਤਾਂ ਮੈਂ ਟਾਈਮ ਦਾ ਪਾਬੰਦ ਰਹਿਣਾ, ਜੇ ਆਪਣੇ ਸਮੇਂ ਨਾਲ ਬੇਨਤੀ ਕਰ ਦੇਣੀ ਆ
ਸਹਿਜੇ ਸਹਿਜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਥੋੜ੍ਹਾ ਜਿਹਾ ਹੋਰ ਪਹਿਲਾਂ ਆਰੰਭ ਕਰਿਆ ਕਰੀਏ, ਤੇ ਸਮੇਂ ਦੇ ਨਾਲ ਤਕਰੀਬਨ 11 ਵਜੇ ਤੋਂ ਪਹਿਲਾਂ 10:30 ਵਜੇ ਦੇ ਲਗਭਗ ਸੰਗਤਾਂ ਗੱਫਾ ਪਾਣੀ ਛਕ ਲਿਆ ਕਰਨ, ਤੇ ਆਪਾਂ ਥੋੜ੍ਹਾ ਸਵਖਤੇ ਸ਼ੁਰੂ ਕਰੀ ਚੱਲਾਂਗੇ। ਤੁਸੀਂ ਵੀ ਥੋੜ੍ਹਾ ਉਦਮ ਕਰਿਆ ਕਰੋ, ਸਵਖਤੇ ਆਇਆ ਕਰੋ। ਹਾਂਜੀ, ਮੇਰੇ ਤੋਂ ਪਹਿਲਾਂ ਕੀਰਤਨੀ ਸਿੰਘਾਂ ਨੇ ਕੀਰਤਨ ਕੀਤਾ, ਕਮਾਲ ਕਰ ਦਿੱਤੀ ਉਹਨਾਂ ਨੇ, ਐਸਾ ਰਾਗ ਗਾਏ ਉਹਨਾਂ ਨੇ, ਤੇ ਉਹ ਤੁਸੀਂ ਸਾਰੇ ਸੁਣਦੇ ਕਿੱਡਾ ਆਨੰਦ ਹੁੰਦਾ। ਬੜੇ ਬੜੇ ਉਸਤਾਦ ਕੀਰਤਨੀਏ ਸਨ ਜਿਨ੍ਹਾਂ ਨੇ ਬਾਰ-ਬਾਰ ਸਾਰਿਆਂ ਨੇ ਮਲਾਰ ਰਾਗ ਗਾਇਆ, ਬੜੇ ਵੱਡੇ ਤਾਲਾਂ ਵਿੱਚ ਉਹਨਾਂ ਗਾਇਆ ਜੀ, ਬੜਾ ਆਨੰਦ ਬਣਿਆ। ਫਿਰ ਭਾਈ ਅਮਨਦੀਪ ਸਿੰਘ ਜੀ, ਮਹਾਰਾਜ ਦੀ ਬੜੀ ਕਿਰਪਾ ਇਹਨਾਂ ਦੇ ਉੱਤੇ, ਸੰਗਤ ਬਹੁਤ ਇਹਨਾਂ ਨੂੰ ਪਸੰਦ ਕਰਦੀ ਜੀ, ਬੜੇ ਪ੍ਰੇਮ ਨਾਲ ਸੰਗਤਾਂ ਕੀਰਤਨ ਸੁਣਦੇ ਨੇ। ਰਾਤ ਅਸੀਂ ਸਰਦਾਰ ਧਰਮ ਸਿੰਘ ਜੀ ਦੀ ਯਾਦ ਮਨਾਉਣ ਵਾਸਤੇ ਉਹਨਾਂ ਦੇ ਘਰ ਕੀਰਤਨ ਕਰਨ ਗਏ, ਮੇਰੇ ਨਾਲ ਸਨ, ਤੇ ਉਹਨਾਂ ਦੇ ਬੱਚੇ ਨਾ ਜੀ ਅੰਗਰੇਜ਼ੀ 'ਚ ਇਹਨਾਂ ਨੂੰ ਕੁਝ ਕਹਿਣ, ਮੈਨੂੰ ਤਾਂ ਸਮਝ ਨਾ ਪਵੇ। ਹਾਂਜੀ, ਉਹ ਕਹਿੰਦੇ ਭਾਈ ਸਾਹਿਬ ਜੀ ਅਸੀਂ ਤੁਹਾਡੇ ਫੈਨ ਆ। ਫੈਨ ਦਾ ਕੀ ਮਤਲਬ ਹੁੰਦਾ? ਹਾਂਜੀ, ਹਾਂ, ਉਹ ਆ ਕੇ ਨਾ, ਨਹੀਂ ਤਾਂ ਉਹ ਕਦੀ ਕੀਰਤਨ ਘੱਟ ਹੀ ਸੁਣਦੇ ਜੀ, ਭੱਜ ਦੌੜ, ਉਹਨਾਂ ਨੂੰ ਕੰਮਕਾਰ ਬੜੇ ਨੇ। ਤੇ ਮੈਂ ਕਿਸੇ ਨੂੰ ਫਿਰ ਪੁੱਛਿਆ, ਮੈਂ ਕਿਹਾ ਜੀ ਫੈਨ ਕੀ ਹੁੰਦਾ? ਕਹਿੰਦੇ ਜੀ ਉਹ ਆਂਦੇ ਵੀ ਅਸੀਂ ਮਤਲਬ ਤੁਹਾਨੂੰ ਪਸੰਦ ਕਰਦੇ ਹਾਂ। ਫਿਰ ਉਹਨਾਂ ਨੇ ਵੇਖ ਲਓ ਸਾਰੇ ਕੰਮ ਛੱਡ ਕੇ ਲਾਗੇ ਬੈਠ ਕੇ ਕੀਰਤਨ ਸੁਣਿਆ। ਸੰਗਤ ਬੜਾ ਪ੍ਰੇਮ ਕਰਦੀ ਹੈ। ਮੇਰੇ ਤੋਂ ਪਹਿਲਾਂ ਇਹਨਾਂ ਨੇ ਹਾਜ਼ਰੀ ਭਰੀ, ਕੀਰਤਨ ਸੁਣਾਇਆ, ਲੱਗਦੇ ਨਹੀਂ ਸੀ, ਕਹਿੰਦੇ ਪਹਿਲਾਂ ਤੁਸੀਂ ਲੱਗੋ। ਮੈਂ ਕਿਹਾ ਨਹੀਂ, ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸਤਿਕਾਰ, ਕੋਈ ਗੁਰਮੁਖ ਪਿਆਰਾ ਉੱਥੋਂ ਦਾ ਕੀਰਤਨੀਆ ਹੋਵੇ ਉਹ ਸਾਡਾ ਸਤਿਕਾਰਯੋਗ, ਸਾਰੇ ਕੀਰਤਨੀਏ ਸਤਿਕਾਰਯੋਗ ਹੈ, ਪਰ ਉਹ ਘਰ ਵੱਡਾ ਜੀ, ਉਹ ਵੱਡਾ ਘਰ ਹੈ, ਇਸ ਵਾਸਤੇ ਆਪਾਂ ਨੂੰ ਸਤਿਕਾਰ ਕਰਨਾ ਚਾਹੀਦਾ। ਭਾਈ ਸਾਹਿਬ ਜੀ ਦੀ ਸੁਪਤਨੀ ਕੀਰਤਨ ਦੇ ਵਿੱਚ ਬੈਠੀ ਹੈ, ਹਾਂਜੀ ਸਾਹਮਣੇ ਬੈਠੇ ਕੀਰਤਨ ਸੁਣਦੇ ਆ, ਤੇ ਉਹਨਾਂ ਨੂੰ ਮੇਰੀ ਬੇਨਤੀ ਹੈ ਵੀ ਜਿੱਥੇ ਅਸੀਂ ਹਰਿਮੰਦਰ ਸਾਹਿਬ ਜੀ ਦੇ ਕੀਰਤਨੀਏ ਜਾਣ ਕੇ ਭਾਈ ਸਾਹਿਬ ਦਾ ਸਤਿਕਾਰ ਕਰਦੇ ਨਾ, ਉਹਦੇ ਤੁਸੀਂ ਅੱਗੇ ਨਾਲੋਂ ਜ਼ਿਆਦਾ ਕਰਿਆ ਕਰੋ, ਭਾਵੇਂ ਅੱਗੇ ਕਰਦੇ ਨੇ ਹੋਰ ਕਰਿਆ ਕਰੋ। ਹਾਂਜੀ, ਕਿਉਂ? ਇਹਨਾਂ ਸਥਾਨਾਂ ਦੀ ਸੇਵਾ ਬੜੇ ਵੱਡੇ ਭਾਗਾਂ ਨਾਲ ਮਿਲਦੀ ਹੈ ਜੀ। ਗੁਰੂ ਮਹਾਰਾਜ ਦੀ ਕਿਰਪਾ ਹੈ, ਬਖਸ਼ਿਸ਼ ਹੈ, ਮਿਹਰ ਹੈ। ਸਤਿਗੁਰੂ ਜੀ ਆਇਆ ਸਫਲਾ ਕਰਨ, ਇਹ ਵੇਖੋ ਨਾਮ ਦਾ ਕਿੱਡਾ ਪ੍ਰਤਾਪ ਹੈ ਜੀ। ਹਾਂਜੀ, ਥੋੜ੍ਹੇ ਮਿੰਟਾਂ 'ਚ ਪੜ੍ਹ ਕੇ ਮੈਂ ਫਤਿਹ ਬੁਲਾਵਾਂਗਾ। ਤੁਸੀਂ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਕੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਲੰਗਰ ਭੋਜਨ ਪ੍ਰਸ਼ਾਦਾ ਤੁਹਾਡੇ ਵਾਸਤੇ ਤਿਆਰ ਹੈ, ਉਹ ਛਕ ਕੇ ਫਿਰ ਸੰਗਤਾਂ ਨੇ ਆਪਣੇ ਘਰਾਂ ਨੂੰ ਜਾਣਾ, ਤੇ ਬਾਕੀ ਜਿਹੜੇ ਉਹ ਕੀਰਤਨ ਦਾ ਆਨੰਦ ਮਾਣਿਆ ਜੀ। ਸ਼ਬਦ ਪੜ੍ਹਦਾ ਸੰਗਤ ਜੀ ਮੈਨੂੰ ਚਿਰ ਲੱਗ ਜਾਣਾ, ਨਵਾਂ ਜਿਹੜਾ ਹੋਰ ਸ਼ਬਦ ਪੜ੍ਹਨਾ ਆਪਾਂ ਆਧਾਰ ਕਰ ਲੈਂਦੇ ਹਾਂ, ਫਿਰ ਪੜ੍ਹਾਂਗੇ। ਹਾਂਜੀ, ਦੇਰ ਲੱਗ ਜਾਣੀ ਹੈ। ਹੁਣ ਲਓ ਆ ਪੜ੍ਹੋ ਮੇਰੇ ਨਾਲ ਸਾਰੇ ਜਣੇ 2-4 ਮਿੰਟਾਂ 'ਚ, ਤੇ ਫਿਰ ਆਪਾਂ ਫਤਿਹ ਬੁਲਾਵਾਂਗੇ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰ, ਚੌਂਕੀ ਚੌਗਿਰਦ ਹਮਾਰੇ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ। ਜਪੋ ਗੁਰ ਕਾ ਸ਼ਬਦ ਰਖਵਾਰੇ, ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ। ਗੁਰ ਕਾ ਰਾਮ ਨਾਮ ਮਨ ਲਾਗਾ, ਰਾਮ ਨਾਮ ਮਨ ਲਾਗਾ, ਰਾਮ ਨਾਮ ਮਨ ਲਾਗਾ। ਜਮ ਲਜਾਏ ਕਰ ਭਾਗਾ, ਜਮ ਲਜਾਏ ਕਰ ਭਾਗਾ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ। ਗੁਰ ਕਾ ਸ਼ਬਦ ਰਖਵਾਰੇ, ਚੌਂਕੀ ਚੌਗਿਰਦ ਹਮਾਰੇ। ਪ੍ਰਭ ਜੀ ਤੂੰ ਮੇਰੋ ਸੁਖ ਦਾਤਾ, ਪ੍ਰਭ ਜੀ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ।
ਜੀ ਬੰਧਨ ਕਾਟ ਕਰੇ ਮਨ ਨਿਰਮਲ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਪੂਰਨ ਪੁਰਖ ਵਿਦਾਤਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਨਾਨਕ ਪ੍ਰਭ ਅਬਿਨਾਸੀ ਤਾਕੀ ਸੇਵ ਨਾ ਬਿਰਥੀ ਜਾਸੀ ਨਾਨਕ ਪ੍ਰਭ ਅਬਿਨਾਸੀ ਤਾਕੀ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਆਨੰਦ ਕਰਹਿ ਤੇਰੇ ਜਪ ਜਪ ਪੂਰਨ ਹੋਈ ਆਸਾ ਜਪ ਪੂਰਨ ਹੋਈ ਆਸਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਗੁਰੂ ਦਾ ਬੜਾ ਵੱਡਾ ਪ੍ਰਤਾਪ ਜੀ ਆਖੋ ਗੱਜ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 5-7 ਮਿੰਟ ਮੈਂ ਤੁਹਾਡੇ ਕੋਲ ਮੰਗ ਕੇ ਲੈਣੇ ਭਾਈ ਭਰਪੂਰ ਸਿੰਘ ਜੀ ਤੇ ਉਹਨਾਂ ਦੇ ਪੁੱਤਰ ਜੀ ਵੀ ਸੰਗਤ ਵਿੱਚ ਹਾਜ਼ਰੀ ਭਰ ਰਹੇ ਉਹਨਾਂ ਵੀ ਸ਼ਬਦ ਪੜ੍ਹਨਾ 5 ਮਿੰਟ ਬੈਠਿਓ ਭਾਈ ਗੁਰਮੀਤ ਸਿੰਘ ਜੀ ਨਿਰਮਾਨ ਜੀ ਮੇਰੇ ਪਿੱਛੇ ਬੈਠੇ ਨੇ ਤੇ ਇਹਨਾਂ ਦਾ ਪੁੱਤਰ ਵੀ ਬੈਠਾ ਜੀ ਭਾਈ ਗੁਰਮੀਤ ਸਿੰਘ ਜੀ ਮੈਨੂੰ ਕਹਿਣ ਲੱਗੇ ਬਾਬਾ ਜੀ ਬੜੇ ਸਾਲ ਹੋਏ ਸ਼ਾਦੀ ਹੋਈ ਨੂੰ ਤੇ ਪੁੱਤਰ ਨਹੀਂ ਕੋਈ ਹੈਗਾ ਤੇ ਆਂਢੋ ਗੁਆਂਢੋ ਤਾਨੇ ਮੇਣੇ ਬੜੇ ਵੱਜਣ ਡਏ ਨੇ ਲੋਕ ਟਿਕਣ ਨਹੀਂ ਦਿੰਦੇ ਜੀ ਗੱਲਾਂ ਫਿਰ ਬਹੁਤ ਕਰ ਦਿੰਦੇ ਨੇ ਮੈਂ ਆਖਿਆ ਕੋਈ ਨਹੀਂ ਜਿੱਦਾਂ ਸਮਾਂ ਆ ਗਿਆ ਫਿਰ ਮਾਰੇ ਮਿਹਰ ਕਰਨਗੇ ਅਸੀਂ ਪੁੱਛੋ ਸਾਹਿਬ ਹਾਜ਼ਰੀ ਭਰਨ ਗਏ ਤੇ ਮੇਰਾ ਸੁਭਾਅ ਲਾਗੇ ਬੰਨੇ ਕਿਤੇ ਗੁਰੂ ਸਾਹਿਬ ਦਾ ਸਥਾਨ ਹੋਵੇ ਤੇ ਮਨ ਵਿੱਚ ਹੁੰਦਾ ਵੀ ਆਏ ਆ ਆਪਣੇ ਗੁਰੂ ਦੇ ਦਰਬਾਰ ਦੇ ਦਰਸ਼ਨ ਕਰੀਏ ਅਸੀਂ ਗੁਰੂਸਰ ਮਹਾਰਾਜ ਗਏ ਜੀ ਉੱਥੇ ਇੱਕ ਬੇਰੀ ਦੇ ਦਰਸ਼ਨ ਕਿਤੇ ਬੜੀ ਵੱਡੀ ਬੇਰੀ ਜੀ ਤੇ ਬੇਰੀ ਦੇ ਕੋਲ ਕਿੱਲਿਆਂ ਦਾ ਢੇਰ ਲੱਗਾ ਜੀ ਤੜਾਗੀਆਂ ਵੱਜੀਆਂ ਸਿਹਰੇ ਵੱਜੇ ਬੇਰੀ ਨੂੰ ਜੀ ਤੇ ਬਾਬਾ ਜੀ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਜੀ ਉਹਨਾਂ ਵੱਲੋਂ ਉੱਥੇ ਸੇਵਾ ਚੱਲ ਰਹੀ ਸੀ ਮੈਂ ਸੇਵਾਦਾਰ ਨੂੰ ਪੁੱਛਿਆ ਮੈਂ ਆਖਿਆ ਵੀ ਇੱਕ ਤੇ ਬੇਰੀ ਵੇਖ ਕੇ ਬੜੀ ਅਚਰਜਤਾ ਹੋਈ ਐਡੀ ਵੱਡੀ ਬੇਰੀ ਕੋਈ ਹਿਸਾਬ ਹੀ ਨਹੀਂ ਹੈਗਾ ਜੀ ਹਾਂਜੀ ਤੇ ਮੈਂ ਆਖਿਆ ਬੇਰੀ ਨਾਲ ਸਿਹਰੇ ਵੱਜੇ ਨੇ ਤੜਾਗੀਆਂ ਵੱਜੀਆਂ ਨੇ ਲਾਗੇ ਐਡਾ ਢੇਰ ਕਿੱਲਿਆਂ ਦਾ ਲੱਗਾ ਉਹਨੇ ਪਹਿਲਾਂ ਜੋੜੇ ਹੱਥ ਤੇ ਫਿਰ ਨਵਾਇਆ ਸੀਸ ਬੇਰੀ ਵੱਲ ਕਹਿਣ ਲੱਗਾ ਇਸ ਬੇਰੀ ਨਾਲ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਘੋੜਾ ਬੱਧਾ ਸੀ ਕਹਿੰਦਾ ਇਸ ਬੇਰੀ 'ਚ ਇੰਨੀਆਂ ਬਰਕਤਾਂ ਨੇ ਜਿਨ੍ਹਾਂ ਦੇ ਘਰ ਲਵੇਰਾ ਨਹੀਂ ਨਾ ਹੁੰਦਾ ਉਹ ਬੇਰੀ ਕੋਲ ਆ ਕੇ ਅਰਦਾਸ ਕਰ ਜਾਂਦੇ ਜਦੋਂ ਘਰ ਮੱਝਾਂ ਨਾਲ ਭਰ ਜਾਂਦਾ ਫਿਰ ਕਿੱਲੇ ਇੱਥੇ ਰੱਖ ਕੇ ਜਾਂਦੇ ਆ ਜਿਹਦਾ ਵਿਆਹ ਨਹੀਂ ਹੁੰਦਾ ਉਹ ਇਸ ਬੇਰੀ ਦੇ ਕੋਲ ਅਰਦਾਸ ਕਰਦਾ ਜਦੋਂ ਵਿਆਹ ਹੁੰਦਾ ਤੇ ਸਿਹਰਾ ਬੰਨ੍ਹ ਕੇ ਜਾਂਦਾ ਮੁੜ ਕੇ ਵੀ ਇੱਥੋਂ ਮੇਰੇ 'ਤੇ ਮਿਹਰ ਹੋਈ ਤੇ ਜਿਹਦੇ ਘਰ ਮੁੰਡਾ ਨਹੀਂ ਨਾ ਜੰਮਦਾ
ਉਹ ਵੀ ਫਿਰ ਇੱਥੇ ਆ ਕੇ ਅਰਦਾਸ ਕਰਦਾ, ਤੜਾਗੀਆਂ ਸਾਰੀਆਂ ਉਹਨਾਂ ਦੀਆਂ ਬੱਜੀਆਂ ਨੇ। ਕਹਿਣ ਲੱਗਾ ਜੀ, ਮੈਂ ਕਿਹਾ ਗੁਰਮੀਤ ਸਿੰਘ ਜੀ ਆ ਗਿਆ ਜੇ ਮੌਕਾ, ਆ ਗਿਆ ਜੇ ਮੌਕਾ, ਛੇਤੀ ਕਰੋ, ਗਲ 'ਚ ਪਾਓ ਪੱਲਾ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਧਾਰੋ ਧਿਆਨ ਕਰੋ। ਮੈਂ ਕਿਹਾ ਗੁਰੂ ਸਾਹਿਬ ਜੀ ਨੂੰ ਯਾਦ ਤੇ ਮਹਾਰਾਜ ਦੇ ਕੋਲੋਂ ਮੰਗ, ਮੈਂ ਕਿਹਾ ਚੰਗੀ ਜੀ ਮੰਗਿਓ, ਚੰਗੀ ਜੀ ਮੰਗਿਓ ਵੀ ਸੱਚੇ ਪਾਤਸ਼ਾਹ ਮੁੰਡਾ ਦਿਓ ਜਿਹੜਾ ਆਗਿਆਕਾਰ ਤੇ ਭਜਨ ਬੰਦਗੀ ਵਾਲਾ ਹੋਵੇ ਤੇ ਗੁਰਬਾਣੀ ਦਾ ਕੀਰਤਨ ਕਰਿਆ ਕਰੇ। ਹਾਂਜੀ, ਲਓ ਹੁਣ 5 ਮਿੰਟ ਭਾਈ ਸਾਹਿਬ ਤੁਹਾਨੂੰ ਇੱਕ ਸ਼ਬਦ ਸੁਣਾਉਣਗੇ ਤੋ ਪੋਤੇ ਇਹਨਾਂ ਦਾ ਵਜਾਏਗਾ ਜੋੜੀ, ਤੇ ਵੇਖ ਲਿਓ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਘਰੋਂ ਦਾਤ ਮਿਲੀ, 4 ਉਂਗਲਾਂ ਇਹਨਾਂ ਨਾਲ ਵੀ ਜਵਾਨ ਜੇ, ਵੇਖ ਲਓ ਜੀ। ਹਾਂਜੀ, ਇਹਨਾਂ ਨਾਲ ਵੀ ਜਵਾਨ ਜੇ ਤੇ ਬਚਪਨ ਤੋਂ ਨਾਲ ਕੀਰਤਨ ਕਰਵਾ ਰਹੇ ਨੇ। ਮਹਾਰਾਜ ਦੀ ਬੜੀ ਮਿਹਰ, ਬੜਾ ਬੱਚਾ ਆਗਿਆਕਾਰ ਹੈ, ਸੱਚੇ ਪਾਤਸ਼ਾਹ ਦੀ ਮਿਹਰ ਹੈ। ਇਹ ਮੈਂ ਤੁਹਾਨੂੰ ਤਾਂ ਸੁਣਾ, ਗੁਰੂ ਤੇ ਬਹੁਤ ਵੱਡੇ, ਜਿੱਥੇ ਗੁਰੂ ਦੇ ਚਰਨ ਪੈ ਗਏ ਉਹ ਥਾਂ ਹੀ ਬਰਕਤਾਂ ਵਾਲੇ ਨੇ। ਹਾਂਜੀ, ਗੁਰੂ ਸਾਹਿਬ ਦਾ ਘੋੜਾ ਬੇਰੀ ਨਾ ਵੱਜਾ। ਗੁਰੂ ਸਰ ਮਹਾਰਾਜ ਦੀ ਗੱਲ ਜੇ ਕਿਤੇ ਦਰਸ਼ਨ ਕਰਨੇ ਹੋ ਤੇ ਸਾਡੇ ਨਾਲ ਚੱਲ ਪਏ, ਅਸੀਂ ਜਾਂਦੇ ਰਹਿੰਦੇ ਜੀ। ਹਾਂਜੀ, ਗੁਰੂ ਮਹਾਰਾਜ ਦਾ ਬੜਾ ਹੀ ਵੱਡਾ ਪ੍ਰਤਾਪ ਜੇ, ਬੜਾ ਹੀ ਵੱਡਾ ਪ੍ਰਤਾਪ ਜੇ। ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ। ਇੱਥੇ ਕਈ ਸੋਚਦੇ ਹੋਣੇ ਵੀ ਸ਼ਾਇਦ ਜਮ ਲਜਾਏ ਕਰ ਭਾਗਾ, ਇੱਥੇ ਲਜਾਏ ਦਾ ਅਰਥ ਸ਼ਰਮਸਾਰ ਹੈ। ਸ਼ਰਮਸਾਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਆ ਨਾ, ਤੇ ਜਮ ਵੀ ਉਸ ਸਿੱਖ ਦੇ ਕੋਲ ਆਉਣ ਤੋਂ ਸ਼ਰਮ ਕਰਦਾ ਜੀ, ਭੱਜ ਜਾਂਦਾ ਕਿ ਇਹ ਗੁਰੂ ਦੀ ਮਿਹਰ ਵਾਲਾ, ਇਹਦੇ ਕੋਲ ਨਹੀਂ ਮੈਂ ਜਾਣਾ, ਇਹ ਗੁਰੂ ਦੀ ਮਿਹਰ ਵਾਲਾ ਹੈ। ਸੋ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜੋ, ਬਾਣੀ ਨਾਲ ਜੁੜੋ, ਨਾਮ ਜਪਿਆ ਕਰੋ, ਭਜਨ ਕਰਿਆ ਕਰੋ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਦਾ ਹੀ ਮਿਹਰਾਂ ਕਰਦੇ ਨੇ, ਕਿਰਪਾ ਕਰਦੇ ਆ। ਹਾਜ਼ਰੀ ਪ੍ਰਵਾਨ ਕਰਨੀ, ਸੱਚੇ ਪਾਤਸ਼ਾਹ ਮੇਰਾ ਤੇ ਤੁਹਾਡਾ ਆਇਆ ਸਫਲਾ ਕਰਨ। ਗੁਰਬਾਣੀ ਨਾਲ ਪਿਆਰ ਬਣੇ, ਗੁਰੂ ਘਰ ਦੇ ਨਾਲ ਪਿਆਰ ਬਣੇ, ਨਿਤਨੇਮ ਸਿਮਰਨ ਕਰਨ ਦਾ ਚਾਅ ਬਣਿਆ ਰਹੇ। ਸਤਿਗੁਰੂ ਜੀ ਕਿਰਪਾ ਕਰਨ। ਇਸੇ ਤਰ੍ਹਾਂ ਸੰਗਤਾਂ ਨੇ ਦਰਸ਼ਨ ਦਿੰਦੇ ਰਹਿਣਾ, ਚਰਨ ਪਾਉਂਦੇ ਰਹਿਣਾ। ਸਮਾਂ ਸਹਿਜੇ ਸਹਿਜੇ ਬੜਾ ਵਧੀਆ ਸੈਟਿੰਗ ਹੋ ਜਾਏਗੀ, ਤੁਸੀਂ ਫਿਕਰ ਨਾ ਕਰਿਓ। ਰਾਗੀ ਜਥਿਆਂ ਦਾ ਵੀ ਸਮਾਂ ਸਾਰਿਆਂ ਦਾ ਬੜਾ ਮਹਾਰਾਜ ਦੀ ਕਿਰਪਾ ਨਾਲ ਸੈੱਟ ਹੋ ਜਾਏਗਾ। ਇਹ ਤੁਹਾਨੂੰ ਵੀ ਮੈਂ ਲੇਟ ਨਹੀਂ ਕਰਿਆ ਕਰਨਾ। ਮੈਨੂੰ ਬਹੁਤ ਫਿਕਰ ਹੁੰਦਾ ਵੀ ਸੰਗਤ ਨੇ ਪ੍ਰਸ਼ਾਦਾ ਛਕਣਾ ਹੈ, ਲੰਗਰ ਪਾਣੀ ਛਕਣਾ, ਉਧਰ ਛਕਾਉਣ ਵਾਲੇ ਵੀ ਤਿਆਰ ਬੈਠੇ ਡੀਕਣ ਡੇ ਹੁੰਦੇ ਨੇ। ਇੱਕ ਸ਼ਬਦ ਸਰਵਣ ਕਰੋ, ਬਾਕੀ ਸਾਰੇ ਜਥੇ ਫਿਰ ਵਾਰੀ ਹਾਜ਼ਰੀ ਭਰਨਗੇ, ਸੰਪੂਰਨਤਾ ਹੋਏਗੀ। ਮੇਰੇ ਕੋਲ ਬੜੀਆਂ ਭੁੱਲਾਂ ਆਈਆਂ, ਬੜੀਆਂ ਭੁੱਲਾਂ ਹੋਈਆਂ। ਸਤਿਗੁਰੂ ਜੀ ਨੇ ਤਾਂ ਤੁਸੀਂ ਮਾਫ ਕਰ ਦੇਣਾ ਕਿ ਅੱਗੋਂ ਵਾਸਤੇ ਅਸੀਸ ਦਿਓ। ਬੜੇ ਵਧੀਆ ਢੰਗ ਦੇ ਨਾਲ ਤੁਹਾਡੀ ਸੰਗਤ ਦੀ ਸੇਵਾ ਕਰਦੇ ਰਹੀਏ। ਸੱਚੇ ਪਾਤਸ਼ਾਹ ਮਹਾਰਾਜ ਸਮਤ ਬਖਸ਼ਣ। ਭੁੱਲ ਚੁੱਕ ਦੀ ਖਿਮਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਮਿੰਟਾਂ ਤੱਕ ਬੀਬੀਆਂ ਨੂੰ ਬੇਨਤੀ ਆ, ਤੁਸੀਂ ਉੱਠ ਕੇ ਤੁਰ ਪੈਣਾ ਤੇ ਜਾ ਕੇ ਪੰਗਤ ਲਾਉਣੀ, ਪ੍ਰਸ਼ਾਦਾ ਛਕਣਾ ਜੀ।